ਮੇਰਾ ਨਾਂ ਸੁਜਾਤਾ ਹੈ। ਮੇਰਾ ਬਾਪ ਬਚਪਨ ਵਿੱਚ ਹੀ ਮੇਰੀ ਮਾਂ ਨੂੰ ਛੱਡ ਕੇ ਚਲਾ ਗਿਆ ਸੀ ਤੇ ਦੂਜੀ ਔਰਤ ਨਾਲ ਵਿਆਹ ਕਰਾ ਲਿਆ ਸੀ। ਮੈਂ ਇਕਲੌਤੀ ਕੁੜੀ ਸੀ, ਪਰ ਹਾਲਾਤ ਦੀ ਬਦਕਿਸਮਤੀ ਨੇ ਮੇਰੀ ਕਿਸਮਤ ਵੀ ਕਾਲੀ ਕਰ ਦਿੱਤੀ ਸੀ ਕਿ ਮੈਨੂੰ ਇਕੱਲੀ ਹੋ ਕੇ ਵੀ ਲਾਡ ਪਿਆਰ ਨਾ ਮਿਲ ਸਕਿਆ ਜੋ ਅਕਸਰ ਲਾਡਲੇ ਬੱਚਿਆਂ ਨੂੰ ਮਿਲਦਾ ਸੀ। ਮੈਂ ਹੋਸ਼ ਸੰਭਾਲਦੇ ਹੀ ਆਪਣੀ ਮਾਂ ਨੂੰ ਮੇਰੇ ਲਈ ਮਿਹਨਤ ਮਜ਼ਦੂਰੀ ਕਰਦੇ ਹੋਏ ਦੇਖਿਆ ਸੀ। ਅਸੀਂ ਮਾਮਾ ਦੇ ਘਰ ਰਹਿੰਦੇ ਸੀ ਤੇ ਮੇਰੀ ਮਾਮੀ ਬਹੁਤ ਹੀ ਜ਼ਿਆਦਾ ਗੁਸੈਲ ਕਿਸਮ ਦੀ ਔਰਤ ਸੀ। ਮੇਰੀ ਮਾਂ ਬੰਗਲੇ ਵਿੱਚ ਕੰਮ ਕਰਕੇ ਵਾਪਸ ਆਉਣ ਤੋਂ ਬਾਅਦ ਮਾਮੀ ਦੇ ਘਰ ਦਾ ਸਾਰਾ ਕੰਮ ਵੀ ਕਰਦੀ, ਪਰ ਫਿਰ ਵੀ ਮਾਮੀ ਖੁਸ਼ ਨਾ ਹੁੰਦੀ। ਮਾਮਾ ਚੁੱਪਚਾਪ ਸਭ ਕੁਝ ਦੇਖਦੇ ਰਹਿੰਦੇ, ਪਰ ਭੈਣ ਦੀ ਖਾਤਰ ਆਪਣੀ ਪਤਨੀ ਨੂੰ ਕਦੇ ਕੁਝ ਨਹੀਂ ਕਹਿੰਦੇ ਸੀ। ਸ਼ਾਇਦ ਉਹ ਵੀ ਮੇਰੀ ਮਾਂ ਤੇ ਮੈਨੂੰ ਬਹੁਤ ਸਮਝਦੇ ਸੀ। ਮੈਂ ਕਈ ਵਾਰ ਦੇਖਿਆ ਮਾਂ ਆਪਣੀ ਪੁਰਾਣੀ ਫੋਟੋ ਦੇਖਦੇ ਹੋਏ ਹਮੇਸ਼ਾ ਉਦਾਸ ਹੋ ਜਾਂਦੀ ਸੀ ਤੇ ਆਪਣੀ ਭੈਣ ਨੂੰ ਯਾਦ ਕਰਿਆ ਕਰਦੀ ਸੀ ਤੇ ਬਹੁਤ ਜ਼ਿਆਦਾ ਰੋਂਦੀ। ਮੇਰੀ ਮਾਂ ਦੀ ਇੱਕ ਹੋਰ ਭੈਣ ਸੀ, ਪਰ ਉਹ ਮੇਰੀ ਮਾਂ ਦੀ ਸਕੀ ਭੈਣ ਨਹੀਂ ਸੀ। ਮੇਰੀ ਨਾਨੀ ਨੇ ਉਸ ਨੂੰ ਗੋਦ ਲਿਆ ਸੀ ਤੇ ਬਿਲਕੁਲ ਸਕੀ ਕੁੜੀ ਦੀ ਤਰ੍ਹਾਂ ਪਾਲਿਆ ਸੀ। ਉਸ ਦਾ ਵਿਆਹ ਵੀ ਹੋ ਗਿਆ ਸੀ ਤੇ ਹੁਣ ਉਹ ਦੂਜੇ ਦੇਸ਼ ਵਿੱਚ ਰਹਿੰਦੀ ਹੈ। ਉਸ ਦਾ ਨਾਂ ਸੀਮਾ ਸੀ। ਮੇਰੀ ਮਾਮੀ ਕਹਿੰਦੀ ਹੈ ਕਿ ਉਹਨਾਂ ਨੇ ਭੱਜ ਕੇ ਵਿਆਹ ਕੀਤਾ ਸੀ ਤੇ ਆਪਣੇ ਇੱਦਾਂ ਦੇ ਮਾਂ-ਬਾਪ ਦਾ ਦਿਲ ਦੁਖਾਇਆ ਜਿਨ੍ਹਾਂ ਨੇ ਉਹਨਾਂ ਨੂੰ ਸਹਾਰਾ ਦਿੱਤਾ ਤੇ ਉਹਨਾਂ ਨੂੰ ਸਕੀ ਕੁੜੀ ਬਣਾ ਕੇ ਪਾਲਿਆ ਸੀ। ਉਹਨਾਂ ਦੇ ਮੂੰਹ ਤੇ ਕਲਕ ਲਗਾ ਕੇ ਚਲੀ ਗਈ। ਇਸ ਲਈ ਰੱਬ ਨੇ ਵੀ ਉਸ ਨੂੰ ਸਜ਼ਾ ਦਿੱਤੀ ਤੇ ਉਹਨਾਂ ਦੀ ਪਹਿਲੀ ਔਲਾਦ ਹੀ ਉਹਨਾਂ ਨੂੰ ਕਿੰਨਰ ਦੇ ਦਿੱਤੀ। ਮੇਰੀ ਮਾਸੀ ਦਾ ਮੁੰਡਾ ਕਿੰਨਰ ਸੀ ਤੇ ਉਹ ਵੀ ਆਪਣੇ ਬਾਪ ਦੇ ਨਾਲ ਦੇਸ਼ ਤੋਂ ਬਾਹਰ ਰਹਿੰਦਾ ਸੀ। ਮੈਂ ਕਦੇ-ਕਦੇ ਸੋਚਦੀ, ਜੇ ਉਹਨਾਂ ਦਾ ਉਹੀ ਮੁੰਡਾ ਇਸ ਦੇਸ਼ ਵਿੱਚ ਪੈਦਾ ਹੋਇਆ ਹੁੰਦਾ ਤਾਂ ਉਹ ਇੰਨੀ ਆਸਾਨੀ ਨਾਲ ਆਪਣੇ ਮਾਂ-ਬਾਪ ਦੇ ਨਾਲ ਰਹਿ ਲੈਂਦਾ। ਇਸ ਦਾ ਜਵਾਬ ਨਹੀਂ ਵਿੱਚ ਸੀ। ਫਿਰ ਉਸ ਦੀ ਪਰਵਰਿਸ਼ ਮਾਂ-ਬਾਪ ਨੇ ਨਹੀਂ ਬਲਕਿ ਕਿਸੇ ਗਿਰੋਹ ਨੇ ਕਰਨੀ ਸੀ। ਇਹੀ ਸਭ ਹਾਲਾਤ ਦੇਖਦੇ ਤੇ ਸਹਿੰਦੇ ਹੋਏ ਮੈਂ ਜਵਾਨ ਹੋ ਗਈ ਸੀ। ਮੈਂ ਖੂਬ ਕੱਦ ਕਾਟਦੀ ਸੀ ਤੇ ਗੋਰੇ ਚਿੱਟੇ ਰੰਗ ਦੀ ਸੀ। ਮੇਰੀ ਖੂਬਸੂਰਤੀ ਨਾਲ ਹਰ ਕੋਈ ਖੁਸ਼ ਸੀ। ਦੂਜੇ ਪਾਸੇ ਮੇਰੇ ਮਾਮੇ ਦੀਆਂ ਕੁੜੀਆਂ ਖੂਬਸੂਰਤ ਨਹੀਂ ਸੀ, ਇਸ ਲਈ ਉਹ ਦੋਵੇਂ ਮੇਰੇ ਤੋਂ ਬਹੁਤ ਜ਼ਿਆਦਾ ਮੱਚਦੀਆਂ ਸਨ। ਮਾਮੀ ਦਾ ਵਿਵਹਾਰ ਵੀ ਮੇਰੇ ਨਾਲ ਚੰਗਾ ਨਹੀਂ ਸੀ। ਉਹ ਅਕਸਰ ਮੇਰੀ ਮਾਂ ਨੂੰ ਕਹਿੰਦੀ ਹੈ ਕਿ ਤੇਰੀ ਕੁੜੀ ਤੇ ਨਜ਼ਰ ਰੱਖਿਆ ਕਰ, ਕਿਤੇ ਇਹ ਵੀ ਆਪਣੇ ਬਾਪ ਤੇ ਆਪਣੀ ਮਾਸੀ ਦੇ ਨਕਸ਼ੇ ਕਦਮ ਤੇ ਨਾ ਚੱਲ ਪਵੇ। ਮੈਨੂੰ ਮਾਮੀ ਦੀਆਂ ਗੱਲਾਂ ਤੇ ਦਿਲ ਤੋਂ ਅਫਸੋਸ ਹੁੰਦਾ ਕਿ ਪਤਾ ਨਹੀਂ ਕਿਉਂ ਉਹ ਸਾਡੇ ਮਾਂ ਕੁੜੀ ਲਈ ਆਪਣੇ ਦਿਲ ਵਿੱਚ ਇੰਨੀ ਨਫ਼ਰਤ ਰੱਖਦੀ ਹੈ, ਜਦੋਂ ਕਿ ਅਸੀਂ ਤਾਂ ਉਹਨਾਂ ਦਾ ਬੁਰਾ ਨਹੀਂ ਸੋਚਦੇ। ਇੱਕ ਦਿਨ ਮੇਰੇ ਜਨਮ ਦਿਨ ਤੇ ਮਾਮੀ ਦੀਆਂ ਦੋਵੇਂ ਕੁੜੀਆਂ ਮੈਨੂੰ ਕਹਿਣ ਲੱਗੀਆਂ, ਅੱਜ ਅਸੀਂ ਤੈਨੂੰ ਘਰ ਤੋਂ ਬਾਹਰ ਘੁਮਾਉਣ ਫਿਰਾਉਣ ਲੈ ਜਾਵਾਂਗੇ, ਤੂੰ ਬਸ ਆਪਣੀ ਮਾਂ ਤੋਂ ਆਗਿਆ ਲੈ ਲੈ। ਪਰ ਇਹ ਗੱਲ ਅਸੀਂ ਆਪਣੀ ਮਾਂ ਨੂੰ ਨਹੀਂ ਦੱਸੀ ਹੈ, ਤੂੰ ਵੀ ਆਪਣੀ ਮਾਂ ਨੂੰ ਨਹੀਂ ਦੱਸਣਾ। ਮੈਂ ਘੁੰਮਣ ਫਿਰਨ ਦੇ ਸ਼ੌਂਕ ਨਾਲ ਗੱਲਾਂ ਵਿੱਚ ਆ ਗਈ ਤੇ ਆਪਣੀ ਮਾਂ ਨੂੰ ਝੂਠ ਕਿਹਾ ਕਿ ਟਿਊਸ਼ਨ ਵਾਲੀ ਮੈਡਮ ਤੋਂ ਕੁਝ ਸਵਾਲ ਪੁੱਛ ਕੇ ਆਉਂਦੀ ਹਾਂ, ਕੱਲ ਮੇਰਾ ਟੈਸਟ ਹੈ ਤੇ ਮੈਨੂੰ ਸਮਝ ਨਹੀਂ ਆ ਰਿਹਾ। ਮਾਂ ਮੈਨੂੰ ਪੜ੍ਹਾ ਲਿਖਾ ਕੇ ਅਫਸਰ ਬਣਾਉਣਾ ਚਾਹੁੰਦੀ ਸੀ। ਉਹ ਮੇਰੀ ਪੜ੍ਹਾਈ ਨੂੰ ਲੈ ਕੇ ਹਮੇਸ਼ਾ ਤੋਂ ਹੀ ਬਹੁਤ ਹੀ ਚਿੰਤਾ ਵਿੱਚ ਰਹਿੰਦੀ ਸੀ, ਇਸ ਲਈ ਤੁਰੰਤ ਹੀ ਮੰਨ ਗਈ। ਮੈਂ ਘਰ ਤੋਂ ਇਕੱਲੀ ਨਿਕਲੀ ਤੇ ਮੇਰੇ ਪਿੱਛੇ ਹੀ ਮੇਰੀ ਮਾਮੀ ਦੀਆਂ ਦੋਵੇਂ ਕੁੜੀਆਂ ਵੀ ਆ ਗਈਆਂ। ਉਹ ਮੈਨੂੰ ਇੱਕ ਵੱਡੇ ਜਿਹੇ ਹੋਟਲ ਵਿੱਚ ਲੈ ਆਈਆਂ ਤੇ ਕਿਹਾ ਕਿ ਤੇਰਾ ਵੀ ਚੰਗਾ ਖਾਣ ਪੀਣ ਤੇ ਚੰਗੀ ਜ਼ਿੰਦਗੀ ਗੁਜ਼ਾਰਨ ਦਾ ਹੱਕ ਹੈ। ਤੇਰਾ ਵੀ ਤਾਂ ਮਨ ਕਰਦਾ ਹੋਵੇਗਾ ਕਿ ਬਾਹਰ ਘੁੰਮੇ ਫਿਰੇ, ਇਸ ਲਈ ਅੱਜ ਆਪਣੇ ਜਨਮ ਦਿਨ ਤੇ ਖੂਬ ਮਜ਼ੇ ਕਰ। ਉਹ ਦੋਵੇਂ ਮੈਨੂੰ ਇੱਕ ਮੇਜ਼ ਤੇ ਬਿਠਾ ਕੇ ਇਹ ਕਹਿ ਕੇ ਉੱਥੋਂ ਚਲੀਆਂ ਗਈਆਂ ਸੀ ਕਿ ਅਸੀਂ ਖਾਣੇ ਦਾ ਕਹਿ ਕੇ ਹੁਣੇ ਆਉਂਦੇ ਹਾਂ। ਮੈਨੂੰ ਉੱਥੇ ਇਕੱਲੇ ਡਰ ਤਾਂ ਲੱਗਿਆ ਤੇ ਮਾਂ ਨੂੰ ਬੋਲੇ ਗਏ ਝੂਠ ਤੇ ਅਫਸੋਸ ਵੀ ਹੋ ਰਿਹਾ ਸੀ, ਪਰ ਮੈਂ ਸੋਚਿਆ ਥੋੜੀ ਦੇਰ ਦੀ ਗੱਲ ਹੈ ਤੇ ਫਿਰ ਤਾਂ ਘਰੇ ਹੀ ਚਲੇ ਜਾਣਾ ਹੈ। ਹੁਣ ਇਹ ਸਭ ਸੋਚਦੇ ਹੋਏ ਕੁਝ ਹੀ ਦੇਰ ਗੁਜ਼ਰੀ ਸੀ ਕਿ ਉੱਥੇ ਇੱਕ ਮੁੰਡਾ ਆ ਕੇ ਮੇਰੇ ਸਾਹਮਣੇ ਰੱਖੀ ਕੁਰਸੀ ਤੇ ਬੈਠ ਗਿਆ। ਉਹ ਮੇਰੇ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਮੇਰਾ ਨਾਂ ਪੁੱਛਣ ਲੱਗਿਆ ਤਾਂ ਮੈਂ ਡਰ ਗਈ ਤੇ ਇੱਧਰ ਉੱਧਰ ਦੇਖਣ ਲੱਗੀ, ਆਪਣੇ ਮਾਮੇ ਦੀ ਕੁੜੀਆਂ ਦੀ ਤਲਾਸ਼ ਵਿੱਚ, ਜੋ ਕਿ ਮੈਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੀ। ਮੇਰੇ ਤੋਂ ਹੁਣ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਸੀ। ਮੈਂ ਜਲਦੀ ਨਾਲ ਖੁਦ ਹੀ ਉੱਠ ਕੇ ਘਰ ਵੱਲ ਚੱਲ ਪਈ, ਕਿਉਂਕਿ ਮੈਨੂੰ ਹੁਣ ਇੱਥੇ ਬੈਠਣਾ ਠੀਕ ਨਹੀਂ ਲੱਗ ਰਿਹਾ ਸੀ। ਮੈਂ ਇੱਕ ਰਿਕਸ਼ਾ ਫੜ ਕੇ ਘਰ ਵੱਲ ਚੱਲ ਪਈ। ਜਦੋਂ ਮੈਂ ਘਰ ਪਹੁੰਚੀ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰੀ ਮਾਮੀ ਦੀਆਂ ਦੋਵੇਂ ਕੁੜੀਆਂ ਤਾਂ ਵਾਪਸ ਘਰ ਆ ਚੁੱਕੀਆਂ ਸੀ ਤੇ ਬਾਹਰ ਵਿਹੜੇ ਵਿੱਚ ਬੈਠੀਆਂ ਸੀ, ਜਦੋਂ ਕਿ ਉਸੇ ਵਿਹੜੇ ਵਿੱਚ ਮੇਰੀ ਮਾਂ ਆਪਣਾ ਸਿਰ ਫੜੇ ਹੋਏ ਬੈਠੀ ਸੀ ਤੇ ਮਾਮੀ ਨੇ ਚੀਕ ਕੇ ਘਰ ਦੀਆਂ ਦੀਵਾਰਾਂ ਨੂੰ ਹਿਲਾ ਦਿੱਤਾ ਸੀ। ਮੈਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੋ ਚੁੱਕਿਆ ਸੀ। ਸਾਰੇ ਲੋਕਾਂ ਦੀਆਂ ਨਜ਼ਰਾਂ ਜਦੋਂ ਮੇਰੇ ਤੇ ਪਈਆਂ ਤਾਂ ਮਾਮੀ ਨੇ ਭੱਜ ਕੇ ਮੇਰੇ ਤੇ ਕਿਸੇ ਸ਼ਿਕਾਰੀ ਦੀ ਤਰ੍ਹਾਂ ਹਮਲਾ ਕਰ ਦਿੱਤਾ ਤੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਨਹੀਂ ਸਮਝੀ ਤੇ ਬਾਰ-ਬਾਰ ਪੁੱਛ ਰਹੀ ਸੀ ਕਿ ਆਖਰ ਮੇਰੀ ਗਲਤੀ ਕੀ ਹੈ, ਮੈਨੂੰ ਦੱਸੋ ਤਾਂ ਸਹੀ। ਇਸ ਸਾਰੇ ਤਮਾਸ਼ੇ ਵਿੱਚ ਮੇਰੀ ਮਾਂ ਖਾਮੋਸ਼ ਬੈਠੀ
ਮੈਨੂੰ ਪਿੱਟਦਾ ਹੋਇਆ ਦੇਖਦੀ ਰਹੀ। ਮੈਨੂੰ ਆਪਣੀ ਮਾਂ ਦੀ ਬੇਬਸੀ ਤੇ ਬਹੁਤ ਸਦਮਾ ਪਹੁੰਚਿਆ ਕਿ ਉਹ ਆਪਣੀ ਕੁੜੀ ਨੂੰ ਇਦਾਂ ਕਿਵੇਂ ਕਿਸੇ ਦੇ ਵੀ ਹੱਥੋਂ ਰੁਸਵਾ ਹੁੰਦਾ ਦੇਖ ਸਕਦੀ ਹੈ। ਆਖਿਰ ਮਾਮਾ ਨੂੰ ਹੀ ਮੇਰੇ ਤੇ ਤਰਸ ਆਇਆ ਤੇ ਉਹਨਾਂ ਨੇ ਹੀ ਮੈਨੂੰ ਮਾਮੀ ਦੀ ਮਾਰ ਤੋਂ ਆਜ਼ਾਦ ਕਰਵਾਇਆ ਤੇ ਮੈਨੂੰ ਪੁੱਛਿਆ ਕਿ ਤੂੰ ਚਲੀ ਕਿੱਥੇ ਗਈ ਸੀ। ਮੈਂ ਜਲਦੀ ਬੋਲ ਦਿੱਤਾ ਕਿ ਮਾਮਾ ਮੈਂ ਤਾਂ ਤੁਹਾਡੀ ਕੁੜੀਆਂ ਦੇ ਨਾਲ ਹੀ ਘੁੰਮਣ ਗਈ ਸੀ, ਜਿਸ ਤੇ ਉਹ ਦੋਵੇਂ ਸਾਫ਼ ਮੁਕਰ ਗਈਆਂ। ਤਾਂ ਮੈਂ ਕਿਹਾ ਕਿ ਮੈਂ ਕਿਉਂ ਇਲਜ਼ਾਮ ਲਗਾਉਂਗੀ ਜਦੋਂ ਕਿ ਅਸੀਂ ਤਿੰਨੇ ਇਕੱਠੇ ਗਏ ਸੀ। ਤਾਂ ਫਿਰ ਮਾਮੇ ਦੀ ਕੁੜੀ ਨੇ ਅੱਗੇ ਵਧ ਕੇ ਆਪਣਾ ਫੋਨ ਕੱਢ ਕੇ ਸਭ ਦੇ ਸਾਹਮਣੇ ਕਰ ਦਿੱਤਾ। ਉਸਦੇ ਮੋਬਾਈਲ ਤੇ ਨਜ਼ਰ ਪੈਂਦੇ ਹੀ ਮੇਰਾ ਤਾਂ ਖੂਨ ਸੁੱਕ ਗਿਆ ਤੇ ਮੈਂ ਥਰ-ਥਰ ਕੰਬਣ ਲੱਗੀ। ਮੋਬਾਈਲ ਵਿੱਚ ਤਾਂ ਉਸ ਮੁੰਡੇ ਦੇ ਨਾਲ ਮੇਰੀ ਤਸਵੀਰ ਮੌਜੂਦ ਸੀ ਜੋ ਹੋਟਲ ਵਿੱਚ ਮੇਰੇ ਕੋਲ ਆ ਕੇ ਬੈਠਿਆ ਸੀ। ਮੇਰੀ ਕਜ਼ਨ ਨੇ ਸਭ ਨੂੰ ਦੱਸਿਆ ਕਿ ਸਾਡਾ ਕੋਚਿੰਗ ਸੈਂਟਰ ਇਸ ਹੋਟਲ ਦੇ ਕੋਲ ਹੈ ਤੇ ਵਾਪਸੀ ਤੇ ਇਹ ਸਭ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਹੁਣ ਤਾਂ ਮਾਮੀ ਨੇ ਸਾਡੇ ਮਾਂ ਕੁੜੀ ਤੇ ਜ਼ੁਲਮ ਦੇ ਪਹਾੜ ਤੋੜ ਦਿੱਤੇ ਤੇ ਮਾਮਾ ਵੀ ਇੱਕ ਸ਼ਬਦ ਨਹੀਂ ਸੁਣ ਰਿਹਾ ਸੀ। ਮੈਂ ਸਭ ਨੂੰ ਰੋ ਰੋ ਕੇ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਮੇਰੀ ਇੱਕ ਨਹੀਂ ਸੁਣੀ। ਬਲਕਿ ਮਾਮੀ ਨੇ ਤਾਂ ਸਾਨੂੰ ਘਰ ਤੋਂ ਨਿਕਲ ਜਾਣ ਦਾ ਹੁਕਮ ਵੀ ਦੇ ਦਿੱਤਾ। ਕਦੋਂ ਤੋਂ ਖਾਮੋਸ਼ ਬੈਠੀ ਮਾਂ ਨੇ ਹੁਣ ਆਪਣੇ ਬੁੱਲ੍ਹ ਹਿਲਾਏ ਸੀ ਤੇ ਬਸ ਇੰਨਾ ਕਿਹਾ ਕਿ ਚੱਲ ਮੇਰੇ ਨਾਲ, ਹੁਣ ਇਸ ਘਰ ਤੋਂ ਸਾਡਾ ਦਾਣਾ ਪਾਣੀ ਖਤਮ ਹੋ ਗਿਆ ਹੈ। ਮੈਂ ਮਾਂ ਦੇ ਪੈਰ ਫੜੇ ਤੇ ਕਿਹਾ ਕਿ ਇਹ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ। ਮੈਨੂੰ ਕਿਸੇ ਅਨਾਥ ਆਸ਼ਰਮ ਵਿੱਚ ਛੱਡ ਆਓ। ਖੁਦ ਨੂੰ ਇਸ ਉਮਰ ਵਿੱਚ ਐਵੇਂ ਥਾਂ-ਥਾਂ ਦੀਆਂ ਠੋਕਰਾਂ ਖਾਣ ਤੇ ਮਜਬੂਰ ਨਾ ਕਰੋ। ਪਰ ਮੇਰੀ ਮਾਂ ਨੇ ਮੇਰੀ ਇੱਕ ਨਹੀਂ ਸੁਣੀ ਤੇ ਅਸੀਂ ਮਾਮਾ ਦਾ ਘਰ ਛੱਡ ਆਏ। ਹੁਣ ਮਾਂ ਮੈਨੂੰ ਆਪਣੇ ਨਾਲ ਲੈ ਕੇ ਟ੍ਰੇਨ ਵਿੱਚ ਬੈਠ ਗਈ। ਪਤਾ ਨਹੀਂ ਅਸੀਂ ਕਿੱਥੇ ਜਾ ਰਹੇ ਸੀ, ਕੋਈ ਮੰਜ਼ਿਲ ਟਿਕਾਣਾ ਪਤਾ ਨਹੀਂ ਸੀ। ਮੈਨੂੰ ਕੁਝ ਵੀ ਨਹੀਂ ਪਤਾ ਸੀ। 2 ਦਿਨ ਦਾ ਸਫ਼ਰ ਕਰਕੇ ਅਸੀਂ ਲੋਕ ਟ੍ਰੇਨ ਤੋਂ ਉਤਰ ਗਏ ਤੇ ਟੈਕਸੀ ਵਿੱਚ ਬੈਠ ਕੇ ਬਹੁਤ ਮਹਿੰਗੇ ਤੇ ਖੂਬਸੂਰਤ ਇਲਾਕੇ ਵਿੱਚ ਆ ਗਏ। ਉਹਨਾਂ ਦਿਨਾਂ ਵਿੱਚ ਮੇਰੀ ਮਾਂ ਨੇ ਕੋਈ ਵੀ ਮੇਰੇ ਨਾਲ ਗੱਲ ਨਹੀਂ ਕੀਤੀ ਸੀ ਤੇ ਬਸ ਸਫ਼ਰ ਵਿੱਚ ਚੁੱਪਚਾਪ ਹੀ ਰਹੀ ਸੀ। ਮੈਨੂੰ ਅਫਸੋਸ ਸੀ ਕਿ ਮੇਰੀ ਮਾਂ ਨੂੰ ਵੀ ਮੇਰੇ ਤੇ ਵਿਸ਼ਵਾਸ ਨਹੀਂ। ਟੈਕਸੀ ਇੱਕ ਬਹੁਤ ਵੱਡੇ ਗੇਟ ਤੇ ਆ ਕੇ ਰੁਕ ਗਈ। ਇੰਨਾ ਵੱਡਾ ਤੇ ਖੂਬਸੂਰਤ ਘਰ ਦੇਖ ਕੇ ਮੇਰੀ ਤਾਂ ਅੱਖਾਂ ਫਟੀ ਦੀ ਫਟੀਆਂ ਰਹਿ ਗਈਆਂ। ਮਾਂ ਨੇ ਬੈਲ ਵਜਾਈ ਤਾਂ ਘਰ ਦੇ ਦਰਵਾਜ਼ੇ ਦੇ ਕੋਲ ਬੈਠੇ ਚੌਕੀਦਾਰ ਨੇ ਦਰਵਾਜ਼ਾ ਖੋਲ੍ਹਿਆ ਤੇ ਅਸੀਂ ਮਾਂ ਦੀ ਘਰ ਦੇ ਅੰਦਰ ਚਲੇ ਗਏ। ਘਰ ਅੰਦਰ ਤੋਂ ਬਾਹਰ ਤੋਂ ਵੀ ਜ਼ਿਆਦਾ ਖੂਬਸੂਰਤ ਸੀ। ਨੌਕਰ ਸਾਨੂੰ ਅੰਦਰ ਛੱਡ ਕੇ ਖੁਦ ਵਾਪਸ ਆ ਗਿਆ ਤੇ ਅਸੀਂ ਆਰਾਮ ਨਾਲ ਸੋਫੇ ਤੇ ਬੈਠ ਗਏ। ਕੁਝ ਦੇਰ ਬਾਅਦ ਇੱਕ ਔਰਤ ਕਮਰੇ ਵਿੱਚ ਦਾਖਲ ਹੋਈ। ਉਹਨਾਂ ਨੇ ਬਹੁਤ ਹੀ ਮਹਿੰਗੇ ਕੱਪੜੇ ਪਾ ਰੱਖੇ ਸੀ। ਮਾਂ ਜੋ ਇੰਨੇ ਦਿਨਾਂ ਤੋਂ ਚੁੱਪੀ ਦਾ ਲਿਬਾਸ ਓਢੇ ਬੈਠੀ ਸੀ, ਤੁਰੰਤ ਉਸ ਔਰਤ ਨੂੰ ਹੱਸ ਕੇ ਮਿਲੀ ਤੇ ਦੋਵੇਂ ਆਪਸ ਵਿੱਚ ਇਦਾਂ ਮਿਲੀਆਂ ਜਿਵੇਂ ਕਿੰਨੀ ਹੀ ਗੂੜੀ ਰਿਸ਼ਤੇਦਾਰੀ ਹੋਵੇ। ਮਾਂ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਮੇਰੀ ਕੁੜੀ ਹੈ। ਉਹ ਔਰਤ ਜਲਦੀ ਨਾਲ ਮੇਰੇ ਵੱਲ ਆਈ ਤੇ ਮੈਨੂੰ ਇੱਕਦਮ ਨਾਲ ਗਲ ਲਾ ਲਿਆ। ਮਾਂ ਨੇ ਮੈਨੂੰ ਦੱਸਿਆ ਕਿ ਇਹ ਤੇਰੀ ਮਾਸੀ ਹੈ ਤੇ ਇਹ ਹੁਣ ਆਪਣੇ ਦੇਸ਼ ਇੰਡੀਆ ਵਾਪਸ ਆ ਗਈ ਹੈ। ਮੈਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਤੇ ਨਾਲ ਇਹ ਵੀ ਸੋਚਣ ਲੱਗੀ ਕਿ ਮਾਂ ਨੂੰ ਮਾਸੀ ਦਾ ਪਤਾ ਕਿਵੇਂ ਚੱਲਿਆ। ਕੀ ਦੋਵੇਂ ਭੈਣਾਂ ਪਹਿਲਾਂ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਸੀ? ਹੁਣ ਮੈਂ ਵੀ ਕੁਝ ਨੋਰਮਲ ਹੋ ਚੁੱਕੀ ਸੀ ਤੇ ਆਪਣੀ ਮਾਸੀ ਨੂੰ ਖੁਸ਼ੀ ਨਾਲ ਮਿਲੀ ਤੇ ਗੱਲਾਂ ਕੀਤੀਆਂ। ਮੈਨੂੰ ਮਾਸੀ ਦੇ ਮੁੰਡੇ ਨੂੰ ਦੇਖਣ ਦੀ ਬਹੁਤ ਹੀ ਇੱਛਾ ਸੀ, ਜਿਸ ਨੂੰ ਸਾਰੇ ਕਿੰਨਰ ਕਹਿੰਦੇ ਸੀ, ਪਰ ਉਹ ਕਿਤੇ ਵੀ ਘਰ ਵਿੱਚ ਨਜ਼ਰ ਨਹੀਂ ਆਇਆ। ਕੁਝ ਦੇਰ ਬਾਅਦ ਅਸੀਂ ਜ਼ਿੰਦਗੀ ਦਾ ਸਭ ਤੋਂ ਟੇਸਟੀ ਖਾਣਾ ਖਾਧਾ। ਮਾਸੀ ਨੇ ਸਾਨੂੰ ਮਾਂ ਬੇਟੀ ਨੂੰ ਸਾਡਾ ਕਮਰਾ ਦਿਖਾਇਆ ਜਿੱਥੇ ਅਸੀਂ ਆਰਾਮ ਕਰਨ ਵਾਲੇ ਸੀ। ਮੈਂ ਤਾਂ ਨਰਮ ਬਿਸਤਰਾ ਦੇਖਦੇ ਹੀ ਸਭ ਕੁਝ ਭੁੱਲ ਗਈ ਤੇ ਉਸਦੇ ਲੇਟਦੇ ਹੀ ਚੈਨ ਦੀ ਨੀਂਦ ਸੋ ਗਈ। ਪਰ ਉਸ ਅੱਧੀ ਰਾਤ ਨੂੰ ਮਾਂ ਨੇ ਮੈਨੂੰ ਜਗਾ ਦਿੱਤਾ ਤੇ ਕੁਝ ਇਦਾਂ ਕਿਹਾ ਕਿ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਮਾਂ ਨੇ ਮੈਨੂੰ ਕਿਹਾ ਕਿ ਉਹ ਜਲਦੀ ਹੀ ਮੇਰਾ ਵਿਆਹ ਮਾਸੀ ਦੇ ਮੁੰਡੇ ਨਾਲ ਕਰਵਾਉਣਾ ਚਾਹੁੰਦੀ ਹੈ। ਮਾਂ ਨੇ ਮੈਨੂੰ ਕਿਹਾ, ਤੂੰ ਮੇਰਾ ਵਿਸ਼ਵਾਸ ਤੋੜਿਆ ਹੈ। ਮੈਂ ਮਨ ਤੋਂ ਕਿਹਾ ਕਿ ਮੈਂ ਤੁਹਾਡਾ ਵਿਸ਼ਵਾਸ ਨਹੀਂ ਤੋੜਿਆ, ਬਲਕਿ ਤੁਸੀਂ ਮੇਰਾ ਵਿਸ਼ਵਾਸ ਨਹੀਂ ਕੀਤਾ। ਘੱਟ ਤੋਂ ਘੱਟ ਆਪਣੀ ਕੁੜੀ ਤੇ ਤਾਂ ਵਿਸ਼ਵਾਸ ਕਰਦੀ। ਤੇ ਮੈਂ ਤੁਹਾਨੂੰ ਚੀਕ ਕੇ ਵਿਸ਼ਵਾਸ ਦਿਵਾਉਂਦੀ ਰਹੀ ਕਿ ਮਾਮੇ ਦੀਆਂ ਕੁੜੀਆਂ ਝੂਠ ਬੋਲ ਰਹੀਆਂ ਹਨ। ਉਹ ਮੈਨੂੰ ਖੁਦ ਆਪਣੇ ਨਾਲ ਲੈ ਗਈਆਂ ਸੀ ਤੇ ਉਸ ਮੁੰਡੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ। ਉਹ ਦੋਵੇਂ ਮੈਨੂੰ ਟੇਬਲ ਤੇ ਬਿਠਾ ਕੇ ਘਰ ਆ ਗਈਆਂ ਤੇ ਉਹ ਮੁੰਡਾ ਕੁਝ ਹੀ ਦੇਰ ਲਈ ਮੇਰੇ ਕੋਲ ਆ ਕੇ ਬੈਠਿਆ ਸੀ। ਮੈਂ ਆਪਣੀ ਮਾਂ ਨੂੰ ਵਿਸ਼ਵਾਸ ਦਿਵਾ ਰਹੀ ਸੀ, ਪਰ ਮੇਰੀ ਮਾਂ ਮੇਰੀ ਇੱਕ ਨਹੀਂ ਸੁਣ ਰਹੀ ਸੀ। ਮੈਨੂੰ ਵੀ ਗੁੱਸਾ ਆ ਗਿਆ ਤੇ ਮੈਂ ਵੀ ਕਹਿ ਦਿੱਤਾ, ਤੁਸੀਂ ਵੀ ਤਾਂ ਝੂਠ ਦਾ ਸਹਾਰਾ ਲਿਆ ਹੈ, ਝੂਠ ਬੋਲਿਆ ਹੈ ਸਾਰਿਆਂ ਨੂੰ। ਤੁਸੀਂ ਚੋਰੀ ਛੁਪੇ ਮਾਸੀ ਨੂੰ ਮਿਲਦੇ ਰਹੇ। ਮੇਰਾ ਇੰਨਾ ਕਹਿਣਾ ਸੀ ਕਿ ਮੇਰੀ ਮਾਂ ਦਾ ਹੱਥ ਮੇਰੇ ਤੇ ਉੱਠ ਗਿਆ। ਮੈਨੂੰ ਇਦਾਂ ਲੱਗ ਰਿਹਾ ਸੀ ਇਹ ਮੇਰੀ ਮਾਂ ਹੈ ਹੀ ਨਹੀਂ ਜਿਸ ਨੂੰ ਮੈਂ ਜਾਣਦੀ ਹਾਂ। ਇਦਾਂ ਲੱਗ ਰਿਹਾ ਸੀ ਜਿਵੇਂ ਇਹ ਕਿਸੇ ਹੋਰ ਦੇ ਹੀ ਕੰਟਰੋਲ ਵਿੱਚ ਹੈ। ਮੈਂ ਫਿਰ ਕਿਹਾ, ਤੁਸੀਂ ਮੇਰਾ ਵਿਆਹ ਕਰਨਾ ਹੈ ਤਾਂ ਕਰ ਦਿਓ, ਪਰ ਮੇਰੇ ਤੇ ਇਸ ਤਰ੍ਹਾਂ ਇਲਜ਼ਾਮ ਨਾ ਲਗਾਓ। ਆਪਣੇ ਭਰਾ ਤੇ ਉਸ ਦੀ ਝੂਠੀ ਕੁੜੀਆਂ ਦੀਆਂ ਗੱਲਾਂ ਵਿੱਚ ਆ ਕੇ ਮੇਰੇ ਤੇ ਚਿੱਕੜ ਨਾ ਉਛਾਲੋ।
ਉਦੋਂ ਮੇਰੀ ਮਾਂ ਨੇ ਮੇਰੇ ਸਾਹਮਣੇ ਇੱਕ ਸ਼ਰਤ ਰੱਖ ਕੇ ਮੇਰੇ ਸਿਰ ਤੇ ਆਸਮਾਨ ਸੁੱਟ ਦਿੱਤਾ ਤੇ ਕਿਹਾ ਕਿ ਜੇ ਤੂੰ ਸੀਮਾ ਦੇ ਮੁੰਡੇ ਨਾਲ ਵਿਆਹ ਕਰਾ ਲਵੇ ਤਾਂ ਮੈਂ ਤੈਨੂੰ ਮਾਫ ਕਰ ਦੂੰਗੀ, ਨਹੀਂ ਮੈਂ ਤੈਨੂੰ ਜ਼ਿੰਦਗੀ ਭਰ ਮਾਫ ਨਹੀਂ ਕਰੂੰਗੀ। ਜ਼ਾਹਿਰ ਜੀ ਗੱਲ ਹੈ, ਉਹ ਇੱਕ ਕਿੰਨਰ ਸੀ ਤੇ ਮੈਂ ਉਸ ਨਾਲ ਵਿਆਹ ਕਿਵੇਂ ਕਰਾ ਸਕਦੀ ਸੀ। ਮੈਂ ਤੁਰੰਤ ਆਪਣੀ ਮਾਂ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਜੇ ਇਲਜ਼ਾਮ ਨਾ ਵੀ ਲੱਗਦਾ ਤਾਂ ਵੀ ਮੈਂ ਤੇਰਾ ਵਿਆਹ ਸੀਮਾ ਦੇ ਮੁੰਡੇ ਨਾਲ ਹੀ ਕਰਵਾਉਣ ਵਾਲੀ ਸੀ। ਜੇ ਤੇਰੇ ਦਿਲ ਵਿੱਚ ਆਪਣੀ ਮਾਂ ਲਈ ਜਰਾ ਵੀ ਹਮਦਰਦੀ ਹੈ ਤਾਂ ਤੈਨੂੰ ਇਹ ਵਿਆਹ ਕਰਨਾ ਹੀ ਹੋਵੇਗਾ, ਨਹੀਂ ਤਾਂ ਤੂੰ ਆਪਣੀ ਮਾਂ ਦਾ ਮਰਿਆ ਮੂੰਹ ਦੇਖੇਗੀ। ਆਪਣੀ ਮਾਂ ਦੀ ਇਸ ਗੱਲ ਤੇ ਮੈਨੂੰ ਬਹੁਤ ਅਫਸੋਸ ਹੋਇਆ, ਪਰ ਉਸ ਦੇ ਇਲਾਵਾ ਕੋਈ ਦੂਜਾ ਰਸਤਾ ਹੀ ਨਹੀਂ ਸੀ, ਸੋ ਮੈਂ ਮੰਨ ਗਈ। ਅਗਲੇ ਦਿਨ ਮਾਂ ਨੇ ਸੀਮਾ ਮਾਸੀ ਨੂੰ ਵੀ ਇਹ ਖਬਰ ਸੁਣਾਈ ਕਿ ਮੈਂ ਵਿਆਹ ਲਈ ਮੰਨ ਗਈ ਹਾਂ, ਤਾਂ ਮਾਸੀ ਵੀ ਖੁਸ਼ ਹੋ ਗਈ ਤੇ ਮੇਰੇ ਤੇ ਸਦਕੇ ਵਾਰੀ ਜਾਣ ਲੱਗੀ। ਪਰ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ ਜਿਵੇਂ ਮਾਸੀ ਇਸ ਵਿਆਹ ਤੋਂ ਖੁਸ਼ ਨਹੀਂ ਹੈ, ਪਰ ਖੁਸ਼ ਤਾਂ ਮੈਂ ਵੀ ਨਹੀਂ ਸੀ ਤੇ ਉਹ ਮੈਨੂੰ ਦਿਲੋਂ ਧੀ ਮੰਨ ਰਹੀ ਸੀ। ਕੁਝ ਦੇਰ ਬਾਅਦ ਮਾਂ ਤੇ ਮਾਸੀ ਉੱਠ ਕੇ ਅੰਦਰ ਚਲੀਆਂ ਗਈਆਂ, ਜਦੋਂ ਕਿ ਮੈਂ ਉੱਥੇ ਹੀ ਬੈਠੀ ਰਹੀ। ਪਰ ਮੈਂ ਵੀ ਜ਼ਿਆਦਾ ਦੇਰ ਉੱਥੇ ਨਹੀਂ ਰਹੀ ਤੇ ਉੱਠ ਕੇ ਉਹਨਾਂ ਨੂੰ ਲੱਭਣ ਲੱਗੀ। ਮੈਨੂੰ ਕੁਝ ਤਾਂ ਗੜਬੜ ਲੱਗ ਰਹੀ ਸੀ, ਇੰਨੇ ਵੱਡੇ ਘਰ ਵਿੱਚ ਲੱਭਣਾ ਵੀ ਮੁਸ਼ਕਿਲ ਸੀ। ਪਰ ਲੱਭਦੇ ਹੋਏ ਮੈਨੂੰ ਇੱਕ ਕਮਰੇ ਤੋਂ ਖਟਪਟ ਦੀ ਆਵਾਜ਼ ਆ ਗਈ। ਮੈਂ ਦਰਵਾਜ਼ੇ ਤੋਂ ਹਲਕਾ ਜਿਹਾ ਝਾਕ ਕੇ ਦੇਖਿਆ ਤਾਂ ਮੇਰੀ ਮਾਸੀ ਮੇਰੀ ਮਾਂ ਨੂੰ ਨੋਟਾਂ ਨਾਲ ਭਰਿਆ ਹੋਇਆ ਇੱਕ ਬੈਗ ਦੇ ਰਹੀ ਸੀ, ਜਿਸ ਨੂੰ ਲੈ ਕੇ ਮੇਰੀ ਮਾਂ ਦਾ ਚਿਹਰਾ ਖੁਸ਼ੀ ਨਾਲ ਚਮਕ ਰਿਹਾ ਸੀ। ਹੁਣ ਮੈਨੂੰ ਸਮਝ ਆਇਆ ਕਿ ਮਾਸੀ ਨੇ ਮੇਰੀ ਮਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਕਿੰਨਰ ਮੁੰਡੇ ਲਈ ਮੇਰਾ ਸੌਦਾ ਕਰ ਲਿਆ ਸੀ ਤੇ ਹੁਣ ਮੇਰਾ ਵਿਆਹ ਕਰਵਾ ਰਹੀ ਸੀ। ਪਰ ਅਫਸੋਸ ਤਾਂ ਮੈਨੂੰ ਆਪਣੀ ਸਕੀ ਮਾਂ ਤੇ ਸੀ, ਜਿਸ ਨੇ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਸੀ। ਮੈਂ ਉੱਥੋਂ ਚੁੱਪਚਾਪ ਵਾਪਸ ਆਈ। ਜਦੋਂ ਮਾਂ ਮੇਰੇ ਕੋਲ ਆਈ ਤਾਂ ਮੈਂ ਵੀ ਮੂੰਹ ਮੋੜ ਲਿਆ ਤੇ ਕਿਹਾ ਕਿ ਮੈਂ ਤੁਹਾਡਾ ਲਾਲਚ ਦੇਖ ਚੁੱਕੀ ਹਾਂ ਕਿ ਤੁਸੀਂ ਮੇਰਾ ਸੌਦਾ ਕਰ ਚੁੱਕੇ ਹੋ। ਉਦੋਂ ਮੇਰੀ ਮਾਂ ਨੇ ਆਪਣੇ ਦੁੱਖੜੇ ਸੁਣਾਉਣੇ ਸ਼ੁਰੂ ਕਰ ਦਿੱਤੇ ਤੇ ਕਹਿਣ ਲੱਗੀ, ਸੀਮਾ ਬਹੁਤ ਅਮੀਰ ਹੈ ਤੇ ਸਾਡੇ ਕੋਲ ਕੀ ਹੈ? ਇਹਨਾਂ ਪੈਸਿਆਂ ਨਾਲ ਮੈਂ ਘਰ ਖਰੀਦੂੰਗੀ ਜੋ ਸਾਡੇ ਦੋਵਾਂ ਦਾ ਮਜ਼ਬੂਤ ਟਿਕਾਣਾ ਹੋਵੇਗਾ, ਤੇ ਫਿਰ ਤੂੰ ਵੀ ਵਿਆਹ ਕਰਕੇ ਆਪਣੇ ਪਤੀ ਨੂੰ ਆਪਣੀ ਮੁੱਠੀ ਵਿੱਚ ਕਰ ਲੈਣਾ। ਇਹ ਸਾਰਾ ਕੁਝ ਆਪਣੇ ਨਾਂ ਕਰਵਾ ਲੈਣਾ, ਬਾਅਦ ਵਿੱਚ ਜਿੱਥੇ ਚਾਹੇ ਆਪਣੀ ਪਸੰਦ ਨਾਲ ਵਿਆਹ ਕਰਾ ਲੈਣਾ। ਮੈਨੂੰ ਮਾਂ ਦੀ ਗੱਲ ਸੁਣ ਕੇ ਬਹੁਤ ਅਫਸੋਸ ਹੋਇਆ। ਮੈਂ ਸਾਫ਼-ਸਾਫ਼ ਕਿਹਾ, ਇਹ ਧੋਖਾ ਹੈ ਜੋ ਤੁਸੀਂ ਕਰ ਸਕਦੇ ਹੋ ਪਰ ਮੈਂ ਨਹੀਂ। ਤਾਂ ਮਾਂ ਨੇ ਵੀ ਜਵਾਬ ਦਿੱਤਾ ਕਿ ਇਸ ਦੁਨੀਆ ਨੇ ਵੀ ਸਾਡੇ ਨਾਲ ਧੋਖਾ ਹੀ ਕੀਤਾ ਹੈ, ਬਦਲੇ ਵਿੱਚ ਅਸੀਂ ਵੀ ਉਹਨਾਂ ਨੂੰ ਉਹੀ ਵਾਪਸ ਦੇ ਰਹੇ ਹਾਂ। ਪਹਿਲਾਂ ਸੀਮਾ ਮੇਰੇ ਮੰਗੇਤਰ ਨਾਲ ਭੱਜ ਗਈ ਸੀ ਤੇ ਉਸ ਨਾਲ ਵਿਆਹ ਕਰਾ ਲਿਆ। ਮੇਰੇ ਮਾਪੇ ਨੇ ਸੀਮਾ ਨੂੰ ਸਕੀ ਕੁੜੀ ਦੀ ਤਰ੍ਹਾਂ ਪਾਲਿਆ ਸੀ ਤੇ ਉਸਨੇ ਮੇਰੇ ਹੀ ਹੱਕ ਤੇ ਹਮਲਾ ਕਰ ਦਿੱਤਾ ਤੇ ਮੇਰੇ ਮੰਗੇਤਰ ਨਾਲ ਵਿਆਹ ਕਰਾ ਲਿਆ। ਮੇਰੇ ਮਾਪੇ ਇਸ ਸਦਮੇ ਨਾਲ ਟੁੱਟ ਗਏ ਸੀ। ਮੇਰੀ ਮਾਤਾ ਇਸ ਸਮੇਂ ਬਿਸਤਰ ਤੇ ਜਾ ਲੱਗੀ ਸੀ ਤੇ ਰੱਬ ਨੂੰ ਪਿਆਰੀ ਹੋ ਗਈ। ਅੱਜ ਸੀਮਾ ਦੇ ਕੋਲ ਜੋ ਕੁਝ ਹੈ ਉਹ ਸਭ ਕੁਝ ਮੇਰਾ ਹੋਣ ਵਾਲਾ ਸੀ। ਬਾਅਦ ਵਿੱਚ ਤੇਰੇ ਬਾਪ ਨੇ ਵੀ ਇਹੀ ਕੀਤਾ। ਇੱਕ ਭਰਾ ਦਾ ਸਹਾਰਾ ਸੀ, ਉਸਨੇ ਵੀ ਕਦੇ ਸਾਡਾ ਸਾਥ ਨਹੀਂ ਦਿੱਤਾ। ਹੁਣ ਜ਼ਿੰਦਗੀ ਸਾਨੂੰ ਇੱਕ ਸੁਨਹਿਰਾ ਮੌਕਾ ਦੇ ਰਹੀ ਹੈ ਤਾਂ ਉਸ ਨੂੰ ਵੀ ਪਾਪ ਤੇ ਪੁੰਨ ਦੇ ਚੱਕਰ ਵਿੱਚ ਗਵਾ ਦਈਏ। ਮੈਂ ਮਾਂ ਨੂੰ ਕਿਹਾ, ਮੈਂ ਮੰਨਦੀ ਹਾਂ ਇਹਨਾਂ ਸਭ ਲੋਕਾਂ ਨੇ ਗਲਤ ਕੀਤਾ ਹੈ, ਪਰ ਤੁਸੀਂ ਜੋ ਕਰ ਰਹੇ ਹੋ ਉਸ ਦੇ ਬਾਅਦ ਉਹਨਾਂ ਵਿੱਚ ਤੇ ਸਾਡੇ ਵਿੱਚ ਕੀ ਅੰਤਰ ਰਹਿ ਜਾਵੇਗਾ। ਪਰ ਮੇਰੀ ਮਾਂ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸ ਰਾਤ ਮਾਂ ਮੈਨੂੰ ਉੱਥੇ ਇਕੱਲਾ ਛੱਡ ਕੇ ਚਲੀ ਗਈ। ਸਵੇਰੇ ਉੱਠਦੇ ਹੀ ਸੀਮਾ ਮਾਸੀ ਦਾ ਵਿਵਹਾਰ ਵੀ ਬਦਲ ਚੁੱਕਿਆ ਸੀ, ਕਿਉਂਕਿ ਉਹਨਾਂ ਨੇ ਮੇਰੀ ਕੀਮਤ ਚੁਕਾ ਦਿੱਤੀ ਸੀ। ਹੁਣ ਮੈਂ ਇੱਕ ਤਰ੍ਹਾਂ ਨਾਲ ਉਹਨਾਂ ਦੀ ਗੁਲਾਮ ਸੀ। ਸੀਮਾ ਮਾਸੀ ਨੇ ਮੈਨੂੰ ਕਿਹਾ ਕਿ ਉਹ ਅੱਜ ਹੀ ਮੇਰਾ ਵਿਆਹ ਆਪਣੇ ਮੁੰਡੇ ਨਾਲ ਕਰਵਾ ਦੇਵੇਗੀ। ਇਸ ਵਿਆਹ ਲਈ ਮੈਂ ਬਿਲਕੁਲ ਵੀ ਦਿਲ ਤੋਂ ਰਾਜੀ ਨਹੀਂ ਸੀ, ਪਰ ਮੇਰੀ ਮਾਂ ਦੇ ਲਾਲਚ ਨੇ ਮੈਨੂੰ ਵੀ ਚੁੱਪ ਰਹਿਣ ਤੇ ਮਜਬੂਰ ਕਰ ਦਿੱਤਾ ਸੀ ਤੇ ਉਸ ਦਿਨ ਬਹੁਤ ਹੀ ਸਾਦਗੀ ਨਾਲ ਮੇਰਾ ਵਿਆਹ ਸਾਹਿਲ ਨਾਲ ਹੋ ਗਿਆ। ਬਹੁਤ ਹੀ ਸਾਦਗੀ ਨਾਲ ਵਿਆਹ ਹੋਇਆ ਸੀ। ਕੋਈ ਵੀ ਮਹਿਮਾਨ ਸ਼ਾਮਲ ਨਹੀਂ ਹੋਇਆ ਸੀ ਤੇ ਪਤਾ ਨਹੀਂ ਮੇਰੀ ਮਾਂ ਵੀ ਕਿੱਥੇ ਚਲੀ ਗਈ ਸੀ। ਮਾਂ ਦੇ ਲਾਲਚ ਨਾਲ ਮੈਨੂੰ ਦਿਲ ਤੋਂ ਬਹੁਤ ਦੁੱਖ ਸੀ। ਰਾਤ ਹੁੰਦੇ ਹੀ ਮੈਨੂੰ ਮੇਰੇ ਪਤੀ ਦੇ ਕਮਰੇ ਵਿੱਚ ਪਹੁੰਚਾ ਦਿੱਤਾ ਗਿਆ, ਜਿੱਥੇ ਮੈਂ ਪਹਿਲਾਂ ਕਦੇ ਨਹੀਂ ਆਈ ਸੀ। ਪਰ ਹੁਣ ਤਾਂ ਇਸ ਕਮਰੇ ਵਿੱਚ ਵੀ ਪਤਾ ਨਹੀਂ ਕਦੋਂ ਤੱਕ ਕੁੱਟ-ਕੁੱਟ ਕੇ ਜ਼ਿੰਦਗੀ ਗੁਜ਼ਾਰਨੀ ਪਵੇਗੀ। ਮੈਨੂੰ ਆਪਣੀ ਮਾਸੀ ਤੇ ਚਲਾਕੀ ਤੇ ਗੁੱਸਾ ਆਇਆ। ਕਿਵੇਂ ਪਹਿਲਾਂ ਉਹਨਾਂ ਨੇ ਮੇਰੀ ਮਾਂ ਦੇ ਹੱਕ ਤੇ ਡਾਕਾ ਮਾਰਿਆ ਤੇ ਹੁਣ ਉਹਨਾਂ ਨੇ ਆਪਣੇ ਕਿੰਨਰ ਮੁੰਡੇ ਲਈ ਮੇਰਾ ਸੌਦਾ ਕਰ ਲਿਆ। ਮੈਂ ਆਪਣੇ ਪਤੀ ਨੂੰ ਹੁਣ ਤੱਕ ਨਹੀਂ ਦੇਖਿਆ ਸੀ। ਪਤਾ ਨਹੀਂ ਸੀਮਾ ਮਾਸੀ ਨੇ ਮੈਨੂੰ ਆਪਣੇ ਮੁੰਡੇ ਨੂੰ ਦੇਖਣ ਕਿਉਂ ਨਹੀਂ ਦਿੱਤਾ ਸੀ। ਵਿਆਹ ਦੇ ਸਮੇਂ ਵੀ ਮੇਰੇ ਪਤੀ ਦੇ ਚਿਹਰੇ ਤੇ ਸਿਹਰਾ ਬੰਨਿਆ ਹੋਇਆ ਸੀ। ਮੈਂ ਚੁੱਪਚਾਪ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਤੇ ਉਦੋਂ ਮੇਰੀ ਨਜ਼ਰ ਅਚਾਨਕ ਕਮਰੇ ਦੇ ਦਰਵਾਜ਼ੇ ਵੱਲ ਪਈ। ਮੇਰਾ ਪਤੀ ਜੋ ਹੁਣੇ-ਹੁਣੇ ਕਮਰੇ ਵਿੱਚ ਦਾਖਲ ਹੋਇਆ ਸੀ, ਉਸ ਤੇ ਨਜ਼ਰ ਪੈਂਦੇ ਹੀ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਮੈਂ ਉਸ ਤੋਂ ਆਪਣੀ ਨਜ਼ਰ ਹਟਾਉਣਾ ਹੀ ਭੁੱਲ ਗਈ। ਆਉਣ ਵਾਲਾ ਇਨਸਾਨ ਬਹੁਤ ਹੀ ਖੂਬਸੂਰਤ ਤੇ ਸੋਹਣਾ ਸੀ। ਕਿਤੇ ਤੋਂ ਵੀ ਉਹ ਕਿੰਨਰ ਨਹੀਂ ਲੱਗਦਾ ਸੀ, ਪਰ ਹਕੀਕਤ ਤਾਂ ਇਹੀ ਸੀ ਕਿ
ਉਹ ਅਧੂਰਾ ਸੀ। ਮੇਰਾ ਦਿਲ ਫਿਰ ਦੁੱਖ ਨਾਲ ਭਰ ਗਿਆ। ਉਹ ਇਨਸਾਨ ਮੇਰੇ ਕੋਲ ਆ ਕੇ ਬੈਠ ਗਿਆ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ, ਇੰਨਾ ਸੋਹਣਾ ਮਰਦ ਮੇਰਾ ਪਤੀ ਹੋ ਸਕਦਾ ਹੈ। ਉਸਨੇ ਆਪਣੀ ਭਰਪੂਰ ਮਰਦਾਨਾ ਆਵਾਜ਼ ਵਿੱਚ ਮੇਰਾ ਹਾਲ ਚਾਲ ਪੁੱਛਿਆ, ਜਿਸ ਦਾ ਮੈਂ ਕੰਬਦੀ ਹੋਈ ਆਵਾਜ਼ ਵਿੱਚ ਜਵਾਬ ਦਿੱਤਾ, ਕਿਉਂਕਿ ਉਸ ਸਮੇਂ ਮੈਂ ਹੈਰਾਨੀ ਦੇ ਸਮੁੰਦਰ ਵਿੱਚ ਗੋਤੇ ਲਗਾ ਰਹੀ ਸੀ। ਸਾਹਿਲ ਨੇ ਮੈਨੂੰ ਮੂੰਹ ਦਿਖਾਈ ਦਾ ਕੀਮਤੀ ਤੋਹਫਾ ਦਿੱਤਾ ਤੇ ਮੇਰੇ ਹੱਥਾਂ ਨੂੰ ਚੁੰਮ ਲਿਆ। ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ, ਭਲਾ ਇੱਕ ਕਿੰਨਰ ਕੀ ਸੁਹਾਗਰਾਤ ਮਨਾਉਂਦਾ। ਪਰ ਸਾਹਿਲ ਹੌਲੀ-ਹੌਲੀ ਮੇਰੇ ਕੋਲ ਆਉਂਦਾ ਜਾ ਰਿਹਾ ਸੀ। ਮੇਰੇ ਹੱਥਾਂ ਤੋਂ ਹੁੰਦੇ ਹੋਏ ਉਸ ਦਾ ਸਪਰਸ਼ ਮੇਰੇ ਚਿਹਰੇ ਤੱਕ ਪਹੁੰਚ ਚੁੱਕਿਆ ਸੀ ਤੇ ਉਸ ਦੀ ਗਰਮ ਸਾਹ ਨਾਲ ਮੈਂ ਪਿਘਲਦੀ ਚਲੀ ਜਾ ਰਹੀ ਸੀ। ਪੂਰੀ ਰਾਤ ਸਾਹਿਲ ਮੇਰੇ ਉੱਪਰ ਇਦਾਂ ਹੀ ਪਿਆਰ ਦੀ ਬਾਰਿਸ਼ ਕਰਦਾ ਰਿਹਾ। ਮੇਰੇ ਦਿਲ ਵਿੱਚ ਜੋ ਡਰ ਬੈਠਿਆ ਹੋਇਆ ਸੀ ਉਹ ਖਤਮ ਹੋ ਗਿਆ। ਮੈਨੂੰ ਵਿਸ਼ਵਾਸ ਹੋ ਗਿਆ ਕਿ ਮੇਰੀ ਜ਼ਿੰਦਗੀ ਹੁਣ ਬਹੁਤ ਚੰਗੀ ਹੋ ਜਾਵੇਗੀ। ਮੇਰਾ ਪਤੀ ਤਾਂ ਇੱਕਦਮ ਠੀਕ ਸੀ, ਉਸ ਵਿੱਚ ਕੋਈ ਕਮੀ ਨਹੀਂ ਸੀ। ਮੈਂ ਬਹੁਤ ਹੀ ਰਿਲੈਕਸ ਹੋ ਕੇ ਸੌਂਦੇ ਹੋਏ ਸਾਹਿਲ ਵੱਲ ਨਿਗਾਹ ਪਾਈ ਤੇ ਉਸਦੇ ਚੌੜੇ ਜਿਹੇ ਸੀਨੇ ਤੇ ਸਿਰ ਰੱਖ ਕੇ ਸੌ ਗਈ। ਤੇ ਸਵੇਰ ਹੁੰਦੇ ਹੀ ਇੱਕ ਸ਼ੋਰ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲੀ। ਮੈਂ ਦੇਖਿਆ ਕਿ ਮੇਰੀ ਸੱਸ ਮੇਰੇ ਕਮਰੇ ਵਿੱਚ ਆ ਚੁੱਕੀ ਹੈ। ਮੈਂ ਹੈਰਾਨ ਰਹਿ ਗਈ ਜਦੋਂ ਮੇਰੀ ਸੱਸ ਦੇ ਨਾਲ ਇੱਕ ਮੁੰਡਾ ਤਾੜੀਆਂ ਵਜਾਉਂਦਾ ਹੋਇਆ ਆਇਆ ਤੇ ਮੇਰੇ ਬਰਾਬਰ ਆ ਕੇ ਬੈਠ ਗਿਆ। ਮੈਂ ਹੈਰਾਨੀ ਨਾਲ ਚੀਕ ਮਾਰ ਕੇ ਦੂਜੇ ਪਾਸੇ ਖਿਸਕ ਗਈ। ਆਉਣ ਵਾਲੇ ਇਸ ਮੁੰਡੇ ਦਾ ਅੰਦਾਜ਼ ਬਿਲਕੁਲ ਉਦਾਂ ਦਾ ਹੀ ਸੀ ਜਿਵੇਂ ਕਿੰਨਰਾਂ ਦਾ ਹੁੰਦਾ ਹੈ, ਜਦੋਂ ਕਿ ਮੇਰਾ ਪਤੀ ਕਮਰੇ ਤੋਂ ਗਾਇਬ ਸੀ। ਮੈਂ ਪੁੱਛਿਆ, ਮੰਮੀ ਜੀ ਇਹ ਕੌਣ ਹੈ? ਤਾਂ ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਕਿ ਇਹੀ ਤਾਂ ਤੇਰਾ ਪਤੀ ਹੈ। ਇਹ ਰਾਤ ਆਪਣੇ ਦੋਸਤਾਂ ਦੇ ਨਾਲ ਬਾਹਰ ਗਿਆ ਹੋਇਆ ਸੀ। ਦੇਰ ਤੋਂ ਵਾਪਸ ਆਇਆ ਤਾਂ ਦੂਜੇ ਕਮਰੇ ਵਿੱਚ ਸੋ ਗਿਆ। ਮੈਂ ਕਦੇ ਆਪਣੇ ਪਤੀ ਨੂੰ ਦੇਖਦੀ ਤਾਂ ਕਦੇ ਰਾਤ ਦੇ ਮੰਜ਼ਰ ਨੂੰ ਯਾਦ ਕਰਦੀ। ਮੇਰਾ ਦਿਲ ਕੀਤਾ ਕਿ ਹੁਣੇ ਜ਼ਮੀਨ ਫਟ ਜਾਵੇ ਤੇ ਮੈਂ ਉਸ ਵਿੱਚ ਸਮਾ ਜਾਵਾਂ ਜਾਂ ਕਿਤੇ ਭੱਜ ਕੇ ਚਲੀ ਜਾਵਾਂ। ਮੈਂ ਚਾਹੁੰਦੇ ਹੋਏ ਵੀ ਆਪਣੀ ਸੱਸ ਨੂੰ ਕੁਝ ਨਹੀਂ ਦੱਸ ਪਾ ਰਹੀ ਸੀ ਕਿ ਰਾਤ ਮੇਰੇ ਕਮਰੇ ਵਿੱਚ ਕੋਈ ਹੋਰ ਸੀ ਤੇ ਮੈਂ ਤਾਂ ਉਸ ਨੂੰ ਆਪਣਾ ਸਭ ਕੁਝ ਸੌਂਪ ਚੁੱਕੀ ਸਾਂ। ਕਿੰਨਾ ਵੱਡਾ ਮਜ਼ਾਕ ਹੋਇਆ ਸੀ ਮੇਰੇ ਨਾਲ। ਮੈਂ ਖੁਦ ਨੂੰ ਸੰਭਾਲਦੇ ਹੋਏ ਜਲਦੀ ਨਾਲ ਉੱਠ ਕੇ ਆਪਣਾ ਹੁਲੀਆ ਠੀਕ ਕੀਤਾ ਤੇ ਆਪਣੇ ਅਸਲੀ ਪਤੀ ਨੂੰ ਦੇਖਿਆ, ਜੋ ਕਿਸੇ ਥਾਂ ਤੋਂ ਵੀ ਮਰਦ ਨਹੀਂ ਲੱਗ ਰਿਹਾ ਸੀ। ਦੁਬਲਾ ਪਤਲਾ ਸਰੀਰ ਤੇ ਇਦਾਂ ਦੇ ਰੰਗ ਢੰਗ ਨਾਲ ਮਚਲ ਰਿਹਾ ਸੀ ਜਿਵੇਂ ਕੋਈ ਕੁੜੀ ਨਖਰੇ ਕਰ ਰਹੀ ਹੋਵੇ। ਉਸਨੇ ਚਿਹਰੇ ਤੇ ਮੇਕਅਪ ਵੀ ਕਰ ਰੱਖਿਆ ਸੀ ਤੇ ਜ਼ੋਰ-ਜ਼ੋਰ ਨਾਲ ਤਾੜੀਆਂ ਵੀ ਵਜਾ ਰਿਹਾ ਸੀ। ਰਾਤ ਮੇਰੇ ਕਮਰੇ ਵਿੱਚ ਜੋ ਆਇਆ ਸੀ ਉਹ 6 ਫੁੱਟ ਲੰਬਾ ਚੌੜਾ ਪੂਰਾ ਮਰਦ ਸੀ ਤੇ ਬਹੁਤ ਹੀ ਸੋਹਣਾ ਸੀ। ਰਾਤ ਵਾਲਾ ਇੱਕ-ਇੱਕ ਨਜ਼ਾਰਾ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਿਆ। ਅਚਾਨਕ ਹੀ ਮੇਰੇ ਹੱਥ ਆਪਣੇ ਬੁੱਲਾਂ ਵੱਲ ਚਲੇ ਗਏ, ਜਿੱਥੇ ਉਸ ਰਾਤ ਵਾਲੇ ਮੁੰਡੇ ਦੇ ਪਿਆਰ ਦੀ ਮੋਹਰ ਹੁਣ ਵੀ ਲੱਗੀ ਹੋਈ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਬਹਿ ਕੇ ਥੱਲੇ ਡਿੱਗ ਪਏ। ਭਲਾ ਇਸ ਕਿੰਨਰ ਨਾਲ ਮੈਂ ਆਪਣੀ ਪੂਰੀ ਜ਼ਿੰਦਗੀ ਕਿਵੇਂ ਗੁਜ਼ਾਰ ਸਕਦੀ ਸੀ? ਪਰ ਕੀ ਕਰਦੀ? ਮੈਂ ਚੁੱਪ ਹੋ ਗਈ। ਮੇਰੇ ਪਤੀ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਸੀ। ਉਹ ਤਾਂ ਬਸ ਆਪਣੇ ਹੀ ਸ਼ੌਂਕ ਵਿੱਚ ਘੁੰਮਦਾ ਰਹਿੰਦਾ ਤੇ ਮੇਰੇ ਨਾਲ ਬਹੁਤ ਘੱਟ ਗੱਲ ਕਰਦਾ। ਮੈਂ ਵੀ ਰੱਬ ਦਾ ਧੰਨਵਾਦ ਕਰਦੀ ਕਿ ਉਹ ਮੈਨੂੰ ਘੱਟ ਮਿਲਦਾ ਹੈ ਤੇ ਆਪਣੀ ਅਲੱਗ ਹੀ ਦੁਨੀਆ ਵਿੱਚ ਵਿਅਸਤ ਰਹਿੰਦਾ ਹੈ। ਕੁਝ ਸਮੇਂ ਬਾਅਦ ਮੇਰੇ ਕਿੰਨਰ ਪਤੀ ਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ। ਮੇਰੀ ਸੱਸ ਮੈਨੂੰ ਵੀ ਆਪਣੇ ਪਤੀ ਦੇ ਨਾਲ ਭੇਜਣਾ ਚਾਹੁੰਦੀ ਸੀ, ਪਰ ਹੁਣੇ ਮੇਰੇ ਕਾਗਜ਼ ਤਿਆਰ ਨਹੀਂ ਸੀ ਤੇ ਮੇਰੇ ਜਾਣ ਦਾ ਵੀ ਕੋਈ ਇਰਾਦਾ ਨਹੀਂ ਸੀ। ਮੈਂ ਤਾਂ ਖੁਸ਼ ਸੀ ਕਿ ਚੰਗਾ ਹੈ ਇਹ ਇੱਥੋਂ ਚਲਾ ਜਾਵੇ। ਬਾਰ-ਬਾਰ ਮੈਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਦੇਖ ਕੇ ਮੈਨੂੰ ਨਫ਼ਰਤ ਹੋਣ ਲੱਗਦੀ ਸੀ ਤੇ ਫਿਰ ਕੁਝ ਹੀ ਸਮੇਂ ਦੇ ਬਾਅਦ ਉਹ ਚਲਾ ਗਿਆ। ਹੁਣ ਇੰਨੇ ਵੱਡੇ ਘਰ ਵਿੱਚ ਮੈਂ ਤੇ ਮੇਰੀ ਸੱਸ ਇਕੱਲੇ ਹੀ ਰਹਿ ਗਏ ਸੀ। ਘਰ ਵਿੱਚ ਪਏ ਕੀ ਕਰਦੀ? ਆਪਣੀ ਸੱਸ ਨਾਲ ਕੰਮਾਂ ਵਿੱਚ ਹੱਥ ਵਟਾਉਣ ਲੱਗੀ। ਸਭ ਤੋਂ ਪਹਿਲਾਂ ਰਸੋਈ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ। ਮੈਂ ਰੋਜ਼ ਨਵਾਂ ਖਾਣਾ ਬਣਾਉਂਦੀ। ਹੁਣ ਮੇਰੀ ਸੱਸ ਮੇਰੇ ਤੋਂ ਬਹੁਤ ਖੁਸ਼ ਰਹਿੰਦੀ ਸੀ। ਮੈਂ ਆਪਣੀ ਸੱਸ ਨਾਲ ਬਾਹਰ ਵੀ ਜਾਣ ਲੱਗੀ ਸੀ। ਮੇਰੀ ਜ਼ਿੰਦਗੀ ਵਿੱਚ ਹੁਣ ਕੋਈ ਕਮੀ ਨਹੀਂ ਬਚੀ ਸੀ ਸਿਵਾਏ ਸੱਚੇ ਪਿਆਰ ਦੇ ਤੇ ਇੱਕ ਹਮਦਰਦ ਹਮਸਫਰ ਦੇ। ਕਦੇ-ਕਦੇ ਮੈਨੂੰ ਉਸ ਮੁੰਡੇ ਦੀ ਬਹੁਤ ਯਾਦ ਆਉਂਦੀ ਜੋ ਉਸ ਰਾਤ ਮੇਰੇ ਕਮਰੇ ਵਿੱਚ ਆਇਆ ਸੀ ਤੇ ਮੇਰਾ ਸਭ ਕੁਝ ਖੋ ਕੇ ਲੈ ਗਿਆ ਸੀ। ਮੇਰਾ ਚੈਨ, ਸਕੂਨ, ਸਭ ਕੁਝ। ਪਰ ਉਸ ਦੇ ਬਾਅਦ ਮੈਨੂੰ ਕਿਤੇ ਦਿਖਾਈ ਨਹੀਂ ਦਿੱਤਾ। ਮੇਰੇ ਲਈ ਹੈਰਾਨੀ ਦੀ ਗੱਲ ਸੀ ਕਿ ਆਖਰ ਇਸ ਦਾ ਮਕਸਦ ਕੀ ਸੀ? ਉਹ ਕੌਣ ਸੀ? ਨਾਲ ਹੀ ਮੈਨੂੰ ਆਪਣੀ ਮਾਂ ਦੀ ਚਿੰਤਾ ਵੀ ਰਹਿੰਦੀ ਸੀ, ਜਿਸ ਨੇ ਕਦੇ ਪਲਟ ਕੇ ਮੇਰੀ ਖਬਰ ਨਹੀਂ ਲਈ ਸੀ। ਇੱਕ ਦਿਨ ਮੈਂ ਤੇ ਮੇਰੀ ਸੱਸ ਇਕੱਠੇ ਬਾਜ਼ਾਰ ਗਏ। ਵਾਪਸੀ ਤੇ ਅਸੀਂ ਖਾਣਾ ਖਾਣ ਲਈ ਇੱਕ ਹੋਟਲ ਤੇ ਰੁਕ ਗਏ। ਉੱਥੇ ਮੇਰੀ ਨਜ਼ਰ ਅਚਾਨਕ ਉਸ ਮੁੰਡੇ ਤੇ ਪੈ ਗਈ। ਜਦੋਂ ਮੈਂ ਆਪਣੇ ਮਾਮੇ ਦੀ ਕੁੜੀਆਂ ਨਾਲ ਹੋਟਲ ਆਈ ਸੀ ਤੇ ਉਹ ਮੇਰੇ ਨਾਲ ਬੈਠ ਗਿਆ ਸੀ। ਇਹੀ ਤਾਂ ਇਹਨਾਂ ਗੱਲਾਂ ਦਾ ਜ਼ਿੰਮੇਦਾਰ ਸੀ। ਮੈਂ ਤੇਜ਼ੀ ਨਾਲ ਉਸ ਵੱਲ ਗਈ ਤੇ ਉਹ ਵੀ ਮੈਨੂੰ ਪਹਿਚਾਣ ਚੁੱਕਿਆ ਸੀ। ਮੈਂ ਉਸ ਨੂੰ ਪੁੱਛਿਆ ਕਿ ਦੱਸ, ਉਸ ਦਿਨ ਤੇਰਾ ਕੀ ਮਕਸਦ ਸੀ ਤੇ ਮੇਰੇ ਕੋਲ ਆ ਕੇ ਕਿਉਂ ਬੈਠਿਆ ਸੀ? ਉਸਨੇ ਸੱਚ ਦੱਸ ਦਿੱਤਾ ਕਿ ਉਸ ਦਿਨ ਮੈਨੂੰ ਇਹ ਸਭ ਕੁਝ ਕਰਨ ਲਈ ਤੇਰੇ ਮਾਮੇ ਦੀਆਂ ਕੁੜੀਆਂ ਨੇ ਕਿਹਾ ਸੀ। ਉਸ ਸਮੇਂ ਦਿਲ ਤੋਂ ਆਵਾਜ਼ ਆਈ ਕਿ ਕਾਸ਼ ਮੇਰੀ ਮਾਂ ਵੀ ਇੱਥੇ ਹੁੰਦੀ
ਤੇ ਮੇਰੀ ਬੇਗੁਨਾਹੀ ਦਾ ਸਬੂਤ ਆਪਣੀ ਅੱਖਾਂ ਨਾਲ ਦੇਖ ਲੈਂਦੀ ਕਿ ਕਿਵੇਂ ਉਹਨਾਂ ਦੇ ਆਪਣਿਆਂ ਨੇ ਮੈਨੂੰ ਉਹਨਾਂ ਦੀਆਂ ਨਜ਼ਰਾਂ ਵਿੱਚ ਡੇਗਣ ਲਈ ਇਹ ਸਭ ਡਰਾਮਾ ਰਚਾਇਆ ਸੀ। ਪਰ ਮੈਨੂੰ ਪਤਾ ਸੀ ਮੇਰੀ ਮਾਂ ਇੱਥੇ ਹੁੰਦੀ ਉਦੋਂ ਵੀ ਕੁਝ ਨਹੀਂ ਕਰਦੀ, ਕਿਉਂਕਿ ਉਹਨਾਂ ਦੀਆਂ ਅੱਖਾਂ ਤੇ ਤਾਂ ਲਾਲਚ ਦੀ ਪੱਟੀ ਬੰਨ ਗਈ ਸੀ। ਜਦੋਂ ਅਸੀਂ ਘਰ ਵਾਪਸ ਆਏ ਤਾਂ ਕੁਝ ਹੀ ਦੇਰ ਬਾਅਦ ਮੇਰੀ ਸੱਸ ਘਬਰਾਈ ਹੋਈ ਮੇਰੇ ਕੋਲ ਆਈ। ਉਹਨਾਂ ਦੀ ਉੱਡੀ ਹੋਈ ਰੰਗਤ ਦੇਖ ਕੇ ਮੇਰਾ ਦਿਲ ਕਿਸੇ ਅਣਹੋਣੀ ਦਾ ਦੱਸਣ ਲੱਗਿਆ। ਉਹਨਾਂ ਨੇ ਦੱਸਿਆ ਕਿ ਤੇਰੀ ਮਾਂ ਦਾ ਐਕਸੀਡੈਂਟ ਹੋਇਆ ਹੈ ਤੇ ਉਹ ਹਸਪਤਾਲ ਵਿੱਚ ਹੈ। ਮਾਂ ਬਾਰੇ ਇਹ ਸੁਣ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਤੇ ਮੈਂ ਜਲਦੀ ਨਾਲ ਹਸਪਤਾਲ ਪਹੁੰਚ ਗਈ। ਮੇਰੀ ਮਾਂ ਨੇ ਮੇਰੇ ਤੋਂ ਮਾਫੀ ਮੰਗੀ। ਮੈਂ ਉਹਨਾਂ ਨੂੰ ਮਾਫ ਕਰ ਦਿੱਤਾ। ਮੈਂ ਕਿਹਾ ਕਿ ਮਾਂ, ਮੈਂ ਤੁਹਾਡੇ ਵਰਗੀ ਨਹੀਂ ਹਾਂ, ਮੈਂ ਤੁਹਾਡਾ ਸਾਥ ਨਹੀਂ ਛੱਡੂੰਗੀ। ਮੇਰੀ ਮਾਂ ਆਪਣੀ ਦੋਵੇਂ ਲੱਤਾਂ ਖੋ ਚੁੱਕੀ ਸੀ। ਮੈਂ ਆਪਣੀ ਮਾਂ ਨੂੰ ਆਪਣੇ ਕੋਲ ਲੈ ਆਈ ਤੇ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਇੱਕ ਕਰ ਦਿੱਤਾ। ਨਾਲ ਹੀ ਇਸ ਮੁਸ਼ਕਿਲ ਸਮੇਂ ਵਿੱਚ ਮੇਰੀ ਸੱਸ ਨੇ ਵੀ ਮੇਰਾ ਪੂਰਾ ਸਾਥ ਦਿੱਤਾ। ਇੱਕ ਰਾਤ ਮੈਂ ਆਪਣੀ ਮਾਂ ਕੋਲੋਂ ਉੱਠ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਮੈਨੂੰ ਘਰ ਦੇ ਪਿਛਲੇ ਕਮਰੇ ਤੋਂ ਆਵਾਜ਼ ਸੁਣਾਈ ਦਿੱਤੀ। ਮੇਰੇ ਕਦਮ ਖੁਦ ਉਸ ਵੱਲ ਵੱਧ ਗਏ। ਮੈਂ ਦੇਖਿਆ ਕਿ ਉੱਥੇ ਮੇਰੀ ਸੱਸ ਨਾਲ ਕੋਈ ਦੂਜਾ ਵੀ ਮੌਜੂਦ ਹੈ, ਜਿਸ ਨਾਲ ਮੇਰੀ ਸੱਸ ਚੋਰੀ-ਚੋਰੀ ਕੁਝ ਗੱਲਾਂ ਕਰ ਰਹੀ ਸੀ। ਮੈਂ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਸਾਹਮਣੇ ਵਾਲਾ ਇਨਸਾਨ ਪਹਿਚਾਣ ਵਿੱਚ ਨਹੀਂ ਆ ਰਿਹਾ ਸੀ। ਥੋੜੀ ਦੇਰ ਬਾਅਦ ਉਹ ਇਨਸਾਨ ਖਿੜਕੀ ਤੋਂ ਚਲਾ ਗਿਆ। ਹੁਣ ਮੈਨੂੰ ਆਪਣੀ ਸੱਸ ਤੇ ਸ਼ੱਕ ਹੋਣ ਲੱਗਿਆ ਤੇ ਮੈਂ ਉਹਨਾਂ ਤੇ ਨਜ਼ਰ ਰੱਖਣਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੇ ਨਾਲ ਕੋਈ ਵੱਡਾ ਖੇਡ ਖੇਡਿਆ ਜਾ ਰਿਹਾ ਹੈ। ਅਗਲੇ ਦਿਨ ਮੈਂ ਆਪਣੀ ਸੱਸ ਤੇ ਪੂਰੀ ਨਜ਼ਰ ਰੱਖੀ ਹੋਈ ਸੀ ਤੇ ਫਿਰ ਉਸ ਜਗ੍ਹਾ ਤੇ ਅੱਧੀ ਰਾਤ ਨੂੰ ਆਪਣੀ ਸੱਸ ਨੂੰ ਜਾਂਦੇ ਹੋਏ ਦੇਖਿਆ ਤਾਂ ਮੈਂ ਵੀ ਪਿੱਛੇ ਚਲੀ ਗਈ ਤੇ ਉਸ ਕਮਰੇ ਵਿੱਚ ਮੇਰੀ ਸੱਸ ਕਿਸੇ ਇਨਸਾਨ ਨਾਲ ਖੜੀ ਗੱਲਾਂ ਕਰ ਰਹੀ ਸੀ ਤੇ ਉਸ ਇਨਸਾਨ ਤੇ ਨਜ਼ਰ ਪੈਂਦੇ ਹੀ ਮੇਰੀਆਂ ਅੱਖਾਂ ਫੱਟੀਆਂ ਦੀਆਂ ਫੱਟੀਆਂ ਰਹਿ ਗਈਆਂ। ਉਹ ਕੋਈ ਹੋਰ ਨਹੀਂ ਬਲਕਿ ਉਹ ਤਾਂ ਉਹੀ ਮੁੰਡਾ ਸੀ ਜੋ ਵਿਆਹ ਦੀ ਪਹਿਲੀ ਰਾਤ ਮੇਰੇ ਕਮਰੇ ਵਿੱਚ ਆਇਆ ਸੀ। ਤਾਂ ਇਸ ਦਾ ਮਤਲਬ ਮੇਰੀ ਸੱਸ ਇਸ ਮੁੰਡੇ ਨੂੰ ਪਹਿਲਾਂ ਤੋਂ ਜਾਣਦੀ ਸੀ ਤੇ ਮੇਰੇ ਨਾਲ ਧੋਖਾ ਕਰ ਰਹੀ ਸੀ। ਹਾਲਾਂਕਿ ਮੈਂ ਉਹਨੂੰ ਆਪਣੀ ਮਾਂ ਵਰਗਾ ਸਮਝਿਆ ਤੇ ਦਿਨ ਰਾਤ ਉਹਨਾਂ ਦੀ ਸੇਵਾ ਕੀਤੀ। ਅਗਲੇ ਦਿਨ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ। ਮੇਰੀ ਮਾਂ ਨੂੰ ਇਸ ਸਾਰੇ ਮਾਮਲੇ ਬਾਰੇ ਕੁਝ ਪਤਾ ਨਹੀਂ ਸੀ। ਮੈਂ ਆਪਣੀ ਮਾਂ ਨੂੰ ਦੱਸਿਆ ਕਿ ਤੇਰੇ ਲਾਲਚ ਨੇ ਸਾਨੂੰ ਇਹਨਾਂ ਹਾਲਾਤਾਂ ਵਿੱਚ ਲਿਆ ਕੇ ਸੁੱਟ ਦਿੱਤਾ ਹੈ। ਮੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਜ਼ਰੂਰ ਮੇਰੀ ਸੱਸ ਦਾ ਇਰਾਦਾ ਹੋਵੇਗਾ ਕਿ ਉਹਨਾਂ ਦਾ ਕਿੰਨਰ ਮੁੰਡਾ ਤਾਂ ਔਲਾਦ ਪੈਦਾ ਨਹੀਂ ਕਰ ਸਕਦਾ, ਤਾਂ ਉਹਨਾਂ ਨੇ ਵਿਆਹ ਦੀ ਹੀ ਪਹਿਲੀ ਰਾਤ ਮੇਰੇ ਕਮਰੇ ਵਿੱਚ ਕਿਸੇ ਹੋਰ ਨੂੰ ਭੇਜ ਦਿੱਤਾ ਤਾਂ ਕਿ ਉਹਨਾਂ ਨੂੰ ਉਸਦੇ ਖਾਨਦਾਨ ਦਾ ਚਿਰਾਗ ਮਿਲ ਸਕੇ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ, ਪਰ ਹੁਣ ਮੈਂ ਚੁੱਪ ਨਹੀਂ ਬੈਠਣ ਵਾਲੀ ਸੀ। ਮੈਂ ਇਹ ਸੱਚ ਸਾਰਿਆਂ ਦੇ ਸਾਹਮਣੇ ਲਿਆ ਕੇ ਰਹੂੰਗੀ। ਅਗਲੇ ਦਿਨ ਮੈਂ ਉਸ ਕਮਰੇ ਵਿੱਚ ਜਾ ਕੇ ਬੈਠ ਗਈ ਜਿਸ ਕਮਰੇ ਵਿੱਚ ਉਹ ਮੁੰਡਾ ਤੇ ਮੇਰੀ ਸੱਸ ਮਿਲਿਆ ਕਰਦੇ ਸੀ। ਹਾਲੇ ਮੈਨੂੰ ਬੈਠੇ ਹੋਏ ਕੁਝ ਦੇਰ ਹੀ ਹੋਈ ਸੀ ਕਿ ਦਰਵਾਜ਼ਾ ਖੋਲ੍ਹ ਕੇ ਉਹੀ ਮੁੰਡਾ ਅੰਦਰ ਆਇਆ। ਮੇਰੇ ਤੇ ਨਜ਼ਰ ਪੈਂਦੇ ਹੀ ਇੱਕ ਪਲ ਲਈ ਉਹ ਸੰਨਾਟੇ ਵਿੱਚ ਰਹਿ ਗਿਆ। ਮੈਂ ਉਸ ਮੁੰਡੇ ਨੂੰ ਕਿਹਾ ਕਿ ਤੂੰ ਕੌਣ ਹੈ ਤੇ ਇਸ ਘਰ ਨਾਲ ਤੇਰਾ ਕੀ ਰਿਸ਼ਤਾ ਹੈ। ਪਹਿਲਾਂ ਤਾਂ ਉਹ ਮੈਨੂੰ ਦੇਖ ਕੇ ਕੁਝ ਘਬਰਾ ਗਿਆ ਸੀ, ਪਰ ਹੁਣ ਉਸਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ। ਉਹ ਹੌਲੀ-ਹੌਲੀ ਕਦਮ ਉਠਾਉਂਦਾ ਹੋਇਆ ਮੇਰੇ ਵੱਲ ਵੱਧ ਰਿਹਾ ਸੀ ਤੇ ਮੇਰੇ ਕੋਲ ਆਉਂਦੇ ਹੀ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ। ਮੈਂ ਉਸਨੂੰ ਧੱਕਾ ਦਿੱਤਾ। ਮੈਂ ਕਿਹਾ, ਉਸ ਰਾਤ ਤਾਂ ਤੂੰ ਧੋਖੇ ਨਾਲ ਮੇਰਾ ਫਾਇਦਾ ਉਠਾਇਆ ਸੀ, ਪਰ ਅੱਜ ਤੂੰ ਇਦਾਂ ਕੁਝ ਵੀ ਨਹੀਂ ਕਰ ਸਕੇਗਾ। ਜੇ ਤੂੰ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰੀ ਜਾਨ। ਹੁਣੇ ਸ਼ਬਦ ਮੇਰੇ ਮੂੰਹ ਵਿੱਚ ਹੀ ਸਨ ਕਿ ਉਸਨੇ ਮੇਰੇ ਬੁੱਲਾਂ ਤੇ ਆਪਣੇ ਬੁੱਲ ਰੱਖ ਦਿੱਤੇ ਤੇ ਫਿਰ ਕਿਹਾ ਕਿ ਬਸ ਹੁਣ ਖਾਮੋਸ਼ ਹੋ ਜਾ। ਜਾਨ ਤਾਂ ਮੇਰੀ ਤੂੰ ਹੈ, ਕਿਉਂਕਿ ਮੈਂ ਬਹੁਤ ਪਿਆਰ ਕਰਦਾ ਹਾਂ ਤੇਰੇ ਨਾਲ। ਤੇਰੇ ਬਿਨਾਂ ਰਹਿਣ ਦੇ ਬਾਰੇ ਸੋਚ ਵੀ ਨਹੀਂ ਸਕਦਾ। ਮੈਂ ਵੀ ਉਸ ਦੀਆਂ ਬਾਹਾਂ ਵਿੱਚ ਆ ਕੇ ਮਦਹੋਸ਼ ਹੋਣ ਲੱਗੀ ਸੀ, ਪਰ ਅਗਲੇ ਹੀ ਪਲ ਮੈਂ ਖੁਦ ਨੂੰ ਸੰਭਾਲ ਲਿਆ। ਉਹ ਮੇਰਾ ਪਤੀ ਨਹੀਂ ਸੀ, ਸਗੋਂ ਕੋਈ ਗੈਰ ਮਰਦ ਸੀ। ਫਿਰ ਭਲਾ ਮੈਂ ਉਸ ਬਾਰੇ ਇਹ ਸਭ ਕਿਵੇਂ ਸੋਚ ਸਕਦੀ ਸੀ। ਮੈਂ ਉਸ ਨੂੰ ਧੱਕਾ ਦੇ ਕੇ ਆਪਣੇ ਆਪ ਨੂੰ ਦੂਰ ਕਰ ਲਿਆ। ਮੇਰੀਆਂ ਅੱਖਾਂ ਵਿੱਚ ਹੰਝੂ ਭਰ ਆਏ ਸੀ। ਮੈਂ ਰੋਂਦੇ ਹੋਏ ਕਿਹਾ, ਕਿਉਂ ਮੇਰੀ ਜ਼ਿੰਦਗੀ ਵਿੱਚ ਚਲਾ ਆਇਆ ਹੈ? ਕਿਉਂ ਮੇਰੇ ਜ਼ਖਮਾਂ ਨੂੰ ਹਰਾ ਕਰਦਾ ਹੈ? ਉਸ ਦਿਨ ਵਿਆਹ ਦੀ ਪਹਿਲੀ ਰਾਤ ਆ ਕੇ ਤੂੰ ਮੈਨੂੰ ਪਤਾ ਨਹੀਂ ਕਿੰਨੇ ਸੁਪਨੇ ਦਿਖਾਏ ਤੇ ਮੈਂ ਵੀ ਇੰਨਾ ਖੁਸ਼ ਸੀ ਕਿ ਮੇਰੀ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਜੋ ਮੈਨੂੰ ਇੰਨਾ ਪਿਆਰ ਕਰਨ ਵਾਲਾ ਤੇ ਇੰਨਾ ਸੋਹਣਾ ਪਤੀ ਮਿਲਿਆ ਹੈ। ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਜ਼ਿੰਦਗੀ ਤਾਂ ਨਰਕ ਬਣਨ ਵਾਲੀ ਹੈ। ਮੇਰੀ ਜ਼ਿੰਦਗੀ ਵਿੱਚ ਪਤੀ ਦਾ ਪਿਆਰ ਹੈ ਹੀ ਨਹੀਂ। ਬਸ ਮੈਨੂੰ ਮੇਰੀ ਜ਼ਿੰਦਗੀ ਇਦਾਂ ਹੀ ਸਿਸਕ ਕੇ ਗੁਜ਼ਾਰਨੀ ਹੈ। ਉਹ ਜਲਦੀ ਨਾਲ ਅੱਗੇ ਵਧਿਆ। ਉਸਨੇ ਮੇਰੇ ਹੰਝੂ ਸਾਫ਼ ਕੀਤੇ ਤੇ ਕਹਿਣ ਲੱਗਾ, ਤੇਰੇ ਹੰਝੂ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ। ਮੇਰੇ ਦਿਲ ਨੂੰ ਹੋਰ ਜ਼ਿਆਦਾ ਨਾ ਦੁਖਾ। ਮੈਂ ਚੀਕ ਕੇ ਕਿਹਾ, ਦੱਸ ਕੌਣ ਹੈ ਤੂੰ? ਕੀ ਰਿਸ਼ਤਾ ਹੈ ਤੇਰਾ ਇਸ ਘਰ ਨਾਲ? ਉਸਨੇ ਜਵਾਬ ਦਿੱਤਾ, ਜਿਸ ਨੂੰ ਤੂੰ ਸੀਮਾ ਮਾਸੀ ਕਹਿੰਦੀ ਹੈ, ਮੈਂ ਉਹਨਾਂ ਦਾ ਮੁੰਡਾ ਹਾਂ। ਮੈਨੂੰ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਹੋਇਆ, ਕਿਉਂਕਿ ਮੇਰੀ ਸੱਸ ਦਾ ਤਾਂ ਇੱਕ ਹੀ ਮੁੰਡਾ ਸੀ ਤੇ ਉਹ ਜੋ ਕਿਨਰ ਸੀ ਤੇ ਬਦਨਸੀਬੀ ਨਾਲ ਮੇਰਾ ਪਤੀ ਸੀ। ਮੈਂ ਹੁਣ ਉਸ ਮੁੰਡੇ ਨੂੰ ਹੋਰ ਕੁਝ ਪੁੱਛਣ ਹੀ ਵਾਲੀ ਸੀ ਕਿ
ਪਿੱਛੇ ਤੋਂ ਮੇਰੀ ਸੱਸ ਦੀ ਆਵਾਜ਼ ਸੁਣਾਈ ਦਿੱਤੀ। ਮੇਰੀ ਸੱਸ ਸ਼ਾਇਦ ਪਹਿਲਾਂ ਹੀ ਉੱਥੇ ਆ ਚੁੱਕੀ ਸੀ। ਬਹੁਤ ਹੀ ਸ਼ਾਂਤ ਸ਼ਬਦਾਂ ਵਿੱਚ ਕਿਹਾ ਕਿ ਹਾਂ, ਇਹੀ ਮੇਰਾ ਮੁੰਡਾ ਹੈ। ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਉਹਨਾਂ ਨੂੰ ਪੁੱਛਿਆ, ਫਿਰ ਉਹ ਕੌਣ ਸੀ ਜਿਸ ਨੂੰ ਮੇਰਾ ਪਤੀ ਦੱਸਦੇ ਹੋਏ ਤੁਸੀਂ ਉਸ ਦਿਨ ਮੇਰੇ ਕਮਰੇ ਵਿੱਚ ਲੈ ਕੇ ਆਏ ਸੀ? ਫਿਰ ਮੇਰੀ ਸੱਸ ਨੇ ਮੈਨੂੰ ਸਾਰੀ ਹਕੀਕਤ ਦੱਸੀ। ਮੇਰੀ ਸੱਸ ਨੇ ਦੱਸਿਆ ਕਿ ਮੇਰੀ ਮਾਂ ਤੇ ਤੇਰੀ ਨਾਨੀ ਆਪਸ ਵਿੱਚ ਬਹੁਤ ਹੀ ਪੱਕੀਆਂ ਸਹੇਲੀਆਂ ਸੀ। ਮੈਂ 2 ਸਾਲ ਦੀ ਸੀ ਜਦੋਂ ਮੇਰੇ ਪਾਪਾ ਦੀ ਮੌਤ ਹੋ ਗਈ। ਮੇਰੀ ਮਾਂ ਨੇ ਦੂਜਾ ਵਿਆਹ ਕਰਾ ਲਿਆ, ਪਰ ਮੇਰਾ ਸੌਤੇਲਾ ਬਾਪ ਮੈਨੂੰ ਰੱਖਣ ਲਈ ਤਿਆਰ ਨਹੀਂ ਸੀ। ਤਾਂ ਤੇਰੀ ਨਾਨੀ ਨੇ ਮੈਨੂੰ ਗੋਦ ਲੈ ਲਿਆ। ਉਹਨਾਂ ਦੀ ਪਹਿਲਾਂ ਤੋਂ ਇੱਕ ਕੁੜੀ ਸੀ ਜਿਸ ਦਾ ਨਾਂ ਸੰਜਨਾ ਸੀ, ਜੋ ਕਿ ਤੇਰੀ ਮਾਂ ਹੈ। ਅਸੀਂ ਦੋਵੇਂ ਸਕੀਆਂ ਭੈਣਾਂ ਦੀ ਤਰ੍ਹਾਂ ਰਹਿੰਦੇ ਸੀ। ਸੰਜਨਾ ਦੇ ਮਾਂ-ਬਾਪ ਮੈਨੂੰ ਬਿਲਕੁਲ ਸਕੀ ਕੁੜੀ ਦੀ ਤਰ੍ਹਾਂ ਰੱਖਦੇ ਸੀ। ਸੰਜਨਾ ਮੇਰੇ ਤੋਂ ਵੱਡੀ ਸੀ, ਇਸ ਲਈ ਉਸ ਦਾ ਵਿਆਹ ਵੀ ਪਹਿਲਾਂ ਹੋਣਾ ਸੀ। ਤੇਰੇ ਨਾਨਾ ਨਾਨੀ ਨੇ ਸੰਜਨਾ ਦਾ ਰਿਸ਼ਤਾ ਤੈਅ ਕਰ ਦਿੱਤਾ। ਜਦੋਂ ਸੰਜਨਾ ਦੇ ਮੰਗੇਤਰ ਨੇ ਮੈਨੂੰ ਦੇਖਿਆ ਤਾਂ ਉਹ ਮੈਨੂੰ ਪਸੰਦ ਕਰ ਬੈਠਾ। ਉਸਨੇ ਅਗਲੇ ਦਿਨ ਹੀ ਰਿਸ਼ਤਾ ਭੇਜਿਆ ਕਿ ਮੈਂ ਤੁਹਾਡੀ ਛੋਟੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ, ਤੁਹਾਡੀ ਵੱਡੀ ਕੁੜੀ ਨਾਲ ਨਹੀਂ। ਇਹ ਸਭ ਸੁਣਦੇ ਹੀ ਸਾਰੇ ਘਰ ਵਾਲੇ ਮੇਰੇ ਖਿਲਾਫ ਹੋ ਗਏ ਸੀ। ਸਭ ਨੂੰ ਲੱਗਦਾ ਸੀ ਕਿ ਮੈਂ ਹੀ ਸੰਜਨਾ ਦੇ ਮੰਗੇਤਰ ਨੂੰ ਭੜਕਾਇਆ ਹੈ, ਹਾਲਾਂਕਿ ਇਦਾਂ ਕੁਝ ਨਹੀਂ ਸੀ। ਸਕਾ ਖੂਨ ਤਾਂ ਸਕਾ ਹੀ ਹੁੰਦਾ ਹੈ। ਸਾਰੇ ਲੋਕ ਸੰਜਨਾ ਦੇ ਨਾਲ ਸੀ ਤੇ ਸਾਰੇ ਲੋਕ ਮੈਨੂੰ ਨਫ਼ਰਤ ਕਰਨ ਲੱਗੇ। ਉਹ ਜ਼ਬਰਦਸਤੀ ਮੇਰਾ ਵਿਆਹ ਇੱਕ ਸ਼ਾਦੀशुदा ਆਦਮੀ ਨਾਲ ਕਰ ਦੇਣਾ ਚਾਹੁੰਦੇ ਸੀ ਜੋ 2 ਬੱਚਿਆਂ ਦਾ ਬਾਪ ਸੀ। ਸਾਰੇ ਘਰ ਵਾਲੇ ਕਹਿ ਰਹੇ ਸੀ ਕਿ ਤੂੰ ਸਾਡੀ ਨੱਕ ਕਟਵਾ ਦਿੱਤੀ, ਤੇਰੀ ਇਹੀ ਸਜ਼ਾ ਹੈ ਕਿ ਤੂੰ ਹੁਣ ਸਾਡੇ ਘਰ ਤੋਂ ਜਾ, ਆਪਣੇ ਘਰ ਵਿੱਚ ਜਿਵੇਂ ਵੀ ਹੈ ਆਪਣੀ ਜ਼ਿੰਦਗੀ ਗੁਜ਼ਾਰ। ਪਰ ਮੈਂ ਰੋਹਿਤ ਦੇ ਬਿਨਾਂ ਨਹੀਂ ਰਹਿ ਸਕਦੀ ਸੀ। ਮੈਂ ਤੇ ਰੋਹਿਤ ਆਪਸ ਵਿੱਚ ਪਿਆਰ ਕਰਨ ਲੱਗੀ ਸੀ। ਰੋਹਿਤ ਨੇ ਫੈਸਲਾ ਕੀਤਾ ਕਿ ਅਸੀਂ ਭੱਜ ਕੇ ਵਿਆਹ ਕਰਵਾ ਲਵਾਂਗੇ ਤੇ ਮੈਂ ਇਸ ਤਰ੍ਹਾਂ ਰੋਹਿਤ ਦੇ ਨਾਲ ਭੱਜ ਗਈ ਸੀ। ਕੁਝ ਸਮੇਂ ਤੱਕ ਸਾਰੇ ਲੋਕ ਸਾਡੇ ਤੋਂ ਨਾਰਾਜ਼ ਰਹੇ, ਪਰ ਫਿਰ ਹੌਲੀ-ਹੌਲੀ ਆਉਣਾ ਜਾਣਾ ਸ਼ੁਰੂ ਹੋ ਗਿਆ। ਜਦੋਂ ਮੇਰੇ ਪਹਿਲੇ ਬੱਚੇ ਦਾ ਜਨਮ ਹੋਇਆ ਤਾਂ ਸੰਜਨਾ ਮੇਰੇ ਘਰ ਰਹਿਣ ਲਈ ਆਈ ਹੋਈ ਸੀ, ਪਰ ਉਸਨੇ ਸਾਰੇ ਖਾਨਦਾਨ ਵਿੱਚ ਇਹ ਮਸ਼ਹੂਰ ਕਰ ਦਿੱਤਾ ਕਿ ਮੈਂ ਇੱਕ ਕਿੰਨਰ ਮੁੰਡੇ ਨੂੰ ਜਨਮ ਦਿੱਤਾ ਹੈ। ਹਰ ਕੋਈ ਇਹੀ ਸਮਝਦਾ ਸੀ ਕਿ ਮੇਰਾ ਮੁੰਡਾ ਕਿੰਨਰ ਹੈ। ਹੁਣ ਮੈਂ ਕਿਸ ਨੂੰ ਵਿਸ਼ਵਾਸ ਦਿਵਾਉਂਦੀ ਕਿ ਮੇਰਾ ਮੁੰਡਾ ਇੱਕਦਮ ਠੀਕ ਹੈ। ਤੇ ਫਿਰ ਮੈਂ ਤੇ ਰੋਹਿਤ ਤੰਗ ਆ ਗਏ ਸੀ ਲੋਕਾਂ ਦੀਆਂ ਗੱਲਾਂ ਸੁਣ ਕੇ। ਫਿਰ ਮੈਂ ਤੇ ਰੋਹਿਤ ਨੇ ਇਸ ਦੇਸ਼ ਨੂੰ ਛੱਡ ਦਿੱਤਾ। ਫਿਰ ਮੈਂ ਵੀ ਆਪਣਾ ਦਿਲ ਵੱਡਾ ਰੱਖਿਆ ਤੇ ਤੇਰੀ ਮਾਂ ਨਾਲ ਗੱਲ ਕਰਦੀ ਰਹਿੰਦੀ ਸੀ, ਜਦੋਂ ਕਿ ਤੇਰੀ ਮਾਂ ਤਾਂ ਬਦਲੇ ਦੀ ਅੱਗ ਵਿੱਚ ਜਲ ਰਹੀ ਸੀ। ਸਿਰਫ ਤੇਰੀ ਮਾਂ ਨੂੰ ਹੀ ਇਹ ਸੱਚਾਈ ਪਤਾ ਸੀ ਕਿ ਮੇਰਾ ਮੁੰਡਾ ਇੱਕਦਮ ਠੀਕ ਹੈ। ਇਸ ਲਈ ਤਾਂ ਤੇਰੀ ਮਾਂ ਨੇ ਤੇਰਾ ਰਿਸ਼ਤਾ ਮੇਰੇ ਮੁੰਡੇ ਨਾਲ ਤੈਅ ਕਰ ਦਿੱਤਾ ਸੀ, ਪਰ ਇਸ ਦੇ ਬਦਲੇ ਉਸਨੇ ਮੇਰੇ ਤੋਂ 50 ਲੱਖ ਦੀ ਮੋਟੀ ਰਕਮ ਮੰਗੀ ਸੀ। ਮੈਂ ਵੀ ਮਜਬੂਰ ਸੀ ਕਿਉਂਕਿ ਮੇਰਾ ਮੁੰਡਾ ਤੈਨੂੰ ਦੇਖਦੇ ਹੀ ਤੇਰੇ ਨਾਲ ਪਿਆਰ ਕਰ ਬੈਠਿਆ ਸੀ। ਉਸਨੇ ਜਿੱਦ ਲਗਾ ਰੱਖੀ ਸੀ ਕਿ ਮੈਂ ਵਿਆਹ ਕਰੂੰਗਾ ਤਾਂ ਸੁਜਾਤਾ ਨਾਲ ਹੀ ਕਰੂੰਗਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਸੀ ਤੇ ਫਿਰ ਜਦੋਂ ਤੇਰੀ ਮਾਂ ਨੇ ਮੇਰੇ ਸਾਹਮਣੇ ਸੌਦੇ ਦੀ ਗੱਲ ਰੱਖੀ ਤਾਂ ਫਿਰ ਮੈਂ ਮੰਨ ਗਈ। ਪਰ ਮੇਰਾ ਮਨ ਇਸ ਵਿਆਹ ਨੂੰ ਕਰਨ ਦਾ ਬਿਲਕੁਲ ਵੀ ਨਹੀਂ ਸੀ। ਜਦੋਂ ਮਾਂ ਇੰਨੀ ਲਾਲਚੀ ਹੈ ਤਾਂ ਕੁੜੀ ਵੀ ਲਾਲਚੀ ਹੋਏਗੀ। ਮੈਂ ਸਾਹਿਲ ਨੂੰ ਸਮਝਾਇਆ ਕਿ ਪਹਿਲਾਂ ਸੁਜਾਤਾ ਨੂੰ ਅਜ਼ਮਾ, ਉਹ ਕਿਵੇਂ ਦੇ ਸੁਭਾਅ ਦੀ ਕੁੜੀ ਹੈ। ਜਿਸ ਨੂੰ ਮੈਂ ਤੇਰਾ ਪਤੀ ਦੱਸਿਆ ਸੀ ਉਹ ਸਾਹਿਲ ਦਾ ਇੱਕ ਜਾਣਨ ਵਾਲਾ ਸੀ। ਮੈਂ ਉਸ ਨੂੰ ਤੇਰਾ ਪਤੀ ਬਣਾ ਕੇ ਤੇਰੇ ਸਾਹਮਣੇ ਖੜਾ ਕਰ ਦਿੱਤਾ। ਵਿਆਹ ਦੀ ਪਹਿਲੀ ਰਾਤ ਮੇਰੇ ਮਨਾ ਕਰਨ ਦੇ ਬਾਵਜੂਦ ਸਾਹਿਲ ਤੇਰੇ ਕਮਰੇ ਵਿੱਚ ਚਲਾ ਗਿਆ ਸੀ ਕਿਉਂਕਿ ਉਹ ਤੇਰੇ ਲਈ ਬਹੁਤ ਬੇਕਰਾਰ ਸੀ। ਮੈਂ ਇਸ ਸ਼ਰਤ ਤੇ ਵਿਆਹ ਕੀਤਾ, ਪਹਿਲੀ ਰਾਤ ਉਸ ਨੂੰ ਤੇਰੇ ਕੋਲ ਜਾਣ ਦਿੱਤਾ ਕਿ ਉਸ ਦੇ ਬਾਅਦ ਤੂੰ ਕਦੇ ਵੀ ਸੁਜਾਤਾ ਦੇ ਸਾਹਮਣੇ ਨਹੀਂ ਆਵੇਗਾ ਜਦੋਂ ਤੱਕ ਕਿ ਉਹ ਆਪਣੀ ਅਜ਼ਮਾਇਸ਼ ਤੇ ਖਰੀ ਨਹੀਂ ਉਤਰਦੀ। ਮੈਂ ਦੇਖਣਾ ਚਾਹੁੰਦੀ ਸੀ ਕਿ ਤੂੰ ਵੀ ਤਾਂ ਆਪਣੀ ਮਾਂ ਦੀ ਤਰ੍ਹਾਂ ਚਾਲਬਾਜ਼ ਤੇ ਲਾਲਚੀ ਕੁੜੀ ਨਹੀਂ ਹੈ, ਪਰ ਤੂੰ ਬਹੁਤ ਚੰਗੀ ਹੈ। ਤੂੰ ਮੇਰਾ ਵੀ ਬਹੁਤ ਧਿਆਨ ਰੱਖਿਆ ਤੇ ਮੈਂ ਕਦੇ ਤੇਰੇ ਮਨ ਵਿੱਚ ਕੋਈ ਲਾਲਚ ਨਹੀਂ ਦੇਖਿਆ। ਤੂੰ ਆਪਣੇ ਇਮਤਿਹਾਨ ਵਿੱਚ ਪਾਸ ਹੋ ਗਈ ਹੈ। ਮੈਂ ਉਹਨਾਂ ਲੋਕਾਂ ਦੀ ਗੱਲ ਸੁਣ ਰਹੀ ਸੀ, ਨਾਲ ਹੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵੀ ਵਹਿ ਰਹੇ ਸੀ। ਮੈਨੂੰ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰੀ ਕਿਸਮਤ ਇੰਨੀ ਵੀ ਚੰਗੀ ਹੋ ਸਕਦੀ ਹੈ। ਮੇਰੇ ਪਤੀ ਤੇ ਮੇਰੀ ਸੱਸ ਨੇ ਮੇਰੇ ਤੋਂ ਮਾਫੀ ਮੰਗ ਲਈ ਸੀ। ਮੈਂ ਆਪਣੇ ਪਤੀ ਤੇ ਆਪਣੀ ਸੱਸ ਨੂੰ ਮਾਫ ਕਰ ਦਿੱਤਾ ਸੀ। ਮੇਰੀ ਸੱਸ ਮੈਨੂੰ ਤੇ ਸਾਹਿਲ ਨੂੰ ਕਮਰੇ ਵਿੱਚ ਇਕੱਲਾ ਛੱਡ ਕੇ ਬਾਹਰ ਚਲੀ ਗਈ। ਸਾਹਿਲ ਨੇ ਬੇਕਰਾਰੀ ਨਾਲ ਮੈਨੂੰ ਬਾਹਾਂ ਵਿੱਚ ਭਰ ਲਿਆ ਤੇ ਇਸ ਵਾਰ ਮੈਂ ਵੀ ਉਸ ਦੀਆਂ ਬਾਹਾਂ ਤੋਂ ਨਿਕਲਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਸੀ। ਹੁਣ ਮੈਂ ਆਪਣੇ ਪਤੀ ਸਾਹਿਲ ਦੇ ਨਾਲ ਹੀ ਰਹਿੰਦੀ ਹਾਂ। ਦੁਨੀਆ ਸਾਡੀ ਜੋੜੀ ਨੂੰ ਸਹਾਉਂਦੀ ਹੈ। ਕੁਝ ਸਮੇਂ ਬਾਅਦ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜਾਂਦੇ ਜਾਂਦੇ ਉਹਨਾਂ ਨੂੰ ਆਪਣੀ ਗਲਤੀ ਨੂੰ ਸੁਧਾਰਨ ਤੇ ਆਪਣੇ ਪਾਪ ਦੀ ਮਾਫੀ ਮੰਗਣ ਦਾ ਮੌਕਾ ਇਸ ਦੁਨੀਆ ਵਿੱਚ ਹੀ ਮਿਲ ਗਿਆ ਸੀ। ਉਸਨੇ ਮੇਰੀ ਸੱਸ ਤੋਂ ਮਾਫੀ ਮੰਗ ਲਈ ਤੇ ਮੇਰੀ ਸੱਸ ਨੇ ਵੀ ਉਹਨਾਂ ਨੂੰ ਖੁੱਲੇ ਦਿਲ ਨਾਲ ਮਾਫ ਕਰ ਦਿੱਤਾ ਸੀ। ਦੋਸਤੋ, ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ? ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਾਂ, ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਓ ਤਾਂ ਕਿ ਅਗਲੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।